न्यू DFI फॉर इंफ्रा डेवलपमेंट प्रोजेक्ट्स, ਭਾਰਤ ਸਰਕਾਰ ਨੇ ਇੱਕ ਨਵੀਂ ਡਿਵੈਲਪਮੈਂਟਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬਣਾਈ ਹੈ, ਠੀਕ ਹੈ ਜੀ। ਔਰ ਉਹਦਾ ਵਿੱਚ ਜਿਹੜੀ ਕੈਪੀਟਲ ਹੈ ਕਿੰਨੀ ਰੱਖੀ ਗਈ ਹੈ, ਉਹਦੀ 20,000 ਕਰੋੜ ਰੁਪਏ ਰੱਖੀ ਗਈ ਹੈ। 20,000 ਕਰੋੜ ਰੁਪਏ ਉਹਦੀ ਕੈਪੀਟਲ ਹੈ। ਔਰ इसका पर्पज़ की होएगा, पर्पज़ होएगा कि इंफ्रास्ट्रक्चर प्रोजेक्ट्स ਨੂੰ फाइनेंस करना। To be governed by a professional board and 50% of them will be non-official directors. DFI will seek raise funds from global pension and the insurance sector for investment in the new projects. So ਇਹ ਬਜਟ ਦੇ ਵਿੱਚ ਅਨਾਉਂਸ ਕੀਤਾ ਗਿਆ ਸੀਗਾ ਨਿਊ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਔਰ ਉਹਦੀ ਕੈਪੀਟਲ ਕਿੰਨੀ ਹੋਏਗੀ, 20,000 ਕਰੋੜ ਰੁਪਇਆ ਹੋਏਗੀ। ਬੇਸਿਕਲੀ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਕੀ ਕੰਮ ਹੁੰਦਾ ਹੈ, ਇਹਨਾਂ ਦਾ ਮੇਨ ਪਰਪਜ਼ ਇਹ ਹੁੰਦਾ ਹੈ ਕਿ ਇੰਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫਾਈਨਾਂਸ ਕੀਤਾ ਜਾਵੇ। ਕਮੇਟੀ ਫॉर ਗ੍ਰਾਂਟਿੰਗ ऑन टैप ਲਾਇਸੈਂਸਸ, ऑन टैप सिस्टम, ऑन टैप सिस्टम। बैंक लाइसेंसेस आर रेगुलेटेड बाय, कौन रेगुलेट करता है, RBI करता है। RBI ने देखा जाए तो बहुत घट बैंकों ਨੂੰ परमिशन ਦਿੱਤੀ ਸੀ ਪੁਰਾਣੇ ਟਾਈਮ ਦੇ ਵਿੱਚ। ਤਾਂ ਉਹ ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ 91 ਦੇ ਵਿੱਚ ਜਾ ਕੇ ਉਹਨਾਂ ਨੇ ICICI ਬੈਂਕ ਤੇ ਅਸੀਂ ਉਹਨੂੰ ਪਰਮਿਸ਼ਨ ਦਿੱਤੀ, ਫਿਰ HDFC ਬੈਂਕ ਨੂੰ ਪਰਮਿਸ਼ਨ ਦਿੱਤੀ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਮੇਰੇ ਖਿਆਲ 2006 ਵਿੱਚ ਜਾ ਕੇ ਉਹਨਾਂ ਨੇ ਜਾਂ 7 ਵਿੱਚ ਜਾ ਕੇ ਉਹਨਾਂ ਨੇ ਯੈਸ ਬੈਂਕ ਨੂੰ ਪਰਮਿਸ਼ਨ ਦਿੱਤੀ। ਦੈਟ ਮੀਨਸ ਕੋਈ ਪ੍ਰਾਈਵੇਟ ਸੈਕਟਰ ਬੈਂਕ ਆ ਹੀ ਨਹੀਂ ਸਕੇ ਇੰਡੀਆ ਦੇ ਵਿੱਚ। ਫਿਰ 2014 ਦੇ ਵਿੱਚ ਗੌਰਮੈਂਟ ਨੇ ਕੋਈ ਨਵੀਂ ਪਾਲਿਸੀ ਅਨਾਉਂਸ ਕੀਤੀ ਸੀਗੀ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਡਿਫਰੈਂਟ ਟਾਈਪਸ ਆਫ ਡਿਫਰੈਂਸ਼ੀਏਟਡ ਬੈਂਕਿੰਗ ਜਿਹੜੀ ਸੀ ਉਹ ਵੀ ਸ਼ੁਰੂ ਹੋਈ। ਡਿਫਰੈਂਸ਼ੀਏਟਡ ਬੈਂਕਿੰਗ ਦਾ ਕੀ ਮਤਲਬ ਹੋਇਆ ਕਿ ਤੁਹਾਡੇ ਪੇਮੈਂਟ ਬੈਂਕ ਆ ਗਏ, ਫਿਰ ਤੁਹਾਡੇ ਹੋਰ ਕਿਹੜੇ ਬੈਂਕ ਆ ਗਏ, ਤੁਹਾਡੇ ਸਮਾਲ ਫਾਈਨਾਂਸ ਬੈਂਕ ਆ ਗਏ। ਹੋਲਸੇਲ ਬੈਂਕਾਂ ਬਾਰੇ ਹਾਲੇ ਗੱਲਬਾਤ ਚੱਲਦੀ ਪਈ ਹੈ। ਸੋ ਡਿਫਰੈਂਟ ਬੈਂਕ ਜਿਹੜੇ ਸੀ ਇਹ ਪਰਮਿਟ ਕਰ ਦਿੱਤੇ ਗਏ ਨਾ। ਔਨ ਟੈਪ ਬੈਂਕਿੰਗ ਦਾ ਕੀ ਮਤਲਬ ਹੈ, ਇੱਥੇ ਇੱਕ ਗੱਲ ਹੋਰ ਕਰਦੇ ਹਾਂ ਤੁਹਾਨੂੰ ਮੈਂ ਇਹ, ਕਿ 2013 ਦੇ ਵਿੱਚ RBI ਨੇ ਕਿਹਾ ਸੀਗਾ ਕਿ ਕੋਈ ਬੈਂਕ ਵਾਸਤੇ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਅਪਲਾਈ ਕਰ ਸਕਦਾ। ਤਕਰੀਬਨ 27 ਆਰਗੇਨਾਈਜੇਸ਼ਨਸ ਨੇ ਅਪਲਾਈ ਕੀਤਾ ਸੀਗਾ, ਸਿਰਫ 2 ਨੂੰ ਲਾਇਸੈਂਸ ਮਿਲਿਆ ਸੀਗਾ। ਓਨਲੀ 2 ਆਰਗੇਨਾਈਜੇਸ਼ਨਸ ਦੇ ਗॉट। ਉਹ 2 ਬੈਂਕ ਕਿਹੜੇ ਹੋ ਗਏ ਜਿਨ੍ਹਾਂ ਨੂੰ ਲਾਇਸੈਂਸ ਮਿਲਿਆ ਸੀਗਾ? ਦੇ ਵਰ ਬੰਧਨ ਬੈਂਕ, ਬੰਧਨ ਬੈਂਕ ਐਂਡ IDFC ਬੈਂਕ। ਸਿਰਫ 2 ਬੈਂਕਾਂ ਨੂੰ ਲਾਇਸੈਂਸ ਮਿਲਿਆ ਸੀਗਾ ਉਸ ਵੇਲੇ। ਔਰ ਵੱਡੇ ਜਿਹੜੇ ਸੀਗੇ, ਦੈਟ ਇਜ਼ ਲਾਈਕ ਟਾਟਾ, ਬਿਰਲਾ, ਰਿਲਾਇੰਸ, ਈਵਨ ਪੋਸਟ ਆਫਿਸ, IFSC, ਇਹਨਾਂ ਸਾਰਿਆਂ ਨੇ ਅਪਲਾਈ ਕੀਤਾ ਹੋਇਆ ਸੀ ਲਾਇਸੈਂਸਿਸ ਵਾਸਤੇ। ਕਿਸੇ ਨੂੰ ਲਾਇਸੈਂਸ ਨਹੀਂ ਦਿੱਤਾ RBI ਨੇ। ਸਿਰਫ 2 ਛੋਟੀਆਂ ਆਰਗੇਨਾਈਜੇਸ਼ਨ, ਬੰਧਨ ਬੈਂਕ ਇੱਕ NGO ਸੀਗੀ ਜਿਹੜੀ ਕਿ ਫਾਈਨੈਂਸ ਦਾ ਕੰਮ ਕਰ ਰਹੀ ਸੀ ਨਾਰਥ ਈਸਟ ਦੇ ਵਿੱਚ, ਔਰ IDFC ਬੈਂਕ, IDFC ਇੱਕ ਫਾਈਨੈਂਸ ਕੰਪਨੀ ਸੀਗੀ, ਇਹਨਾਂ ਨੂੰ ਲਾਇਸੈਂਸ ਦਿੱਤਾ। ਔਰ ਉਹਨਾਂ ਦਾ ਆਰਗੂਮੈਂਟ ਇਹ ਸੀਗਾ ਕਿ ਅਸੀਂ ਜੇ ਵੱਡੇ ਕਾਰਪੋਰੇਟ ਹਾਊਸਿਸ ਨੂੰ ਲਾਇਸੈਂਸ ਦੇ ਦਿਆਂਗੇ ਤਾਂ ਉਸ ਪੈਸੇ ਨੂੰ ਉਹ ਆਪਣੇ ਇੰਡੀਵਿਜੂਅਲ ਬੈਨੀਫਿਟ ਵਾਸਤੇ ਜ਼ਿਆਦਾ ਯੂਜ਼ ਕਰ ਸਕਦੇ ਨੇ। ਇਸ ਕਰਕੇ ਉਹਨਾਂ ਨੇ, RBI ਨੇ ਵੱਡੇ ਹਾਊਸਿਸ ਨੂੰ ਲਾਇਸੈਂਸ ਨਹੀਂ ਦਿੱਤੇ। ਬਟ ਰੀਸੈਂਟਲੀ RBI ਨੇ ਕਿਹਾ ਕਿ ਅਸੀਂ ਵੀ ਆਰ ਵਿਲਿੰਗ ਟੂ ਗਿਵ ਲਾਇਸੈਂਸਿਸ ਈਵਨ ਟੂ ਦਾ ਕਾਰਪੋਰੇਟ ਹਾਊਸਿਸ ਨਾ। ਉਹ 2014 ਤੋਂ ਬਾਅਦ ਬਹੁਤ ਸਾਰੇ ਪੇਮੈਂਟ ਬੈਂਕ ਔਰ ਸਮਾਲ ਫਾਈਨੈਂਸ ਬੈਂਕ ਉਹਨਾਂ ਨੂੰ ਖੋਲ੍ਹ ਦਿੱਤੇ ਗਏ ਨੇ। ਮੈਂ ਤੁਹਾਨੂੰ ਜਿਹੜੀ ਕਹਾਣੀ ਇਸ ਕਰਕੇ ਸੁਣਾ ਰਿਹਾ ਸੀਗਾ ਕਿ RBI has been very conservative in granting licenses for commercial banks, ਪਰ ਹੁਣ RBI ਨੇ ਕਿਹਾ ਕਿ ਅਸੀਂ ਔਨ ਟੈਪ, ਠੀਕ ਹੈ ਜੀ, ਔਨ ਟੈਪ ਲਾਇਸੈਂਸ ਦਿਆਂਗੇ। ਦੈਟ ਮੀਨਸ ਕੋਈ ਐਪਲੀਕੇਸ਼ਨ ਮੰਗਾਉਣ ਵਾਸਤੇ ਕੋਈ ਇਹ ਨਹੀਂ ਕੋਈ ਉਹਨਾਂ ਨੇ ਇਸ਼ਤਿਹਾਰ ਕੱਢਣਾ, ਜਿਹਨੇ ਵੀ ਬੈਂਕ ਵਾਸਤੇ ਅਪਲਾਈ ਕਰਨਾ ਅਪਲਾਈ ਕਰ ਦੇਵੇ,
ਲਾਈਕ ਟੂਟੀ ਖੁੱਲੀ ਹੈ, ਟੂਟੀ ਖੋਲ ਕੇ ਪਾਣੀ ਪੀ ਲਵੇ। ਬੇਸਿਕਲੀ ਪਰਪਸ ਇਹ ਹੈਗਾ ਕਿ ਜਦੋਂ ਮਰਜ਼ੀ ਜਿਹੜਾ ਹੈ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ। ਇਫ ਯੂ ਆਰ ਐਲੀਜੀਬਲ ਟੂ ਬੀ ਗ੍ਰਾਂਟਡ ਦਾ ਲਾਇਸੈਂਸ, ਆਰਬੀਆਈ ਤੁਹਾਨੂੰ ਲਾਇਸੈਂਸ ਦੇ ਦੇਗਾ। ਇਹਦਾ ਇਹ ਮਤਲਬ ਹੋਇਆ। ਔਰ ਇਸ ਚੀਜ਼ ਨੂੰ ਸਕਰੂਟਨਾਈਜ਼ ਕਰਨ ਵਾਸਤੇ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ, that is to be headed by Mrs. Shyamala Gopinath, who was the first female डिप्टी गवर्नर ऑफ RBI। एक क्वेश्चन भी कई बार एग्जाम ਦੇ ਆਇਆ ਹੈ ਕਿ RBI ਦੀ ਪਹਿਲੀ ਫੀਮੇਲ ਡਿਪਟੀ ਗਵਰਨਰ कौन हुई है? That was Shrimati Shyamala Gopinath. She was the first deputy governor, female deputy governor of RBI। ਉਹਨਾਂ ਨੂੰ ਇਹ ਕੰਮ ਸੌਂਪਿਆ ਗਿਆ। ਔਰ ਫਿਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ 27 ਬੈਂਕਾਂ ਨੇ, 27 ਕੰਪਨੀਜ਼ ਨੇ ਬੈਂਕਿੰਗ ਲਾਇਸੈਂਸ ਵਾਸਤੇ ਅਪਲਾਈ ਕੀਤਾ ਸੀਗਾ, ਤਾਂ ਉਸ ਵੇਲੇ ਮਿਸਟਰ ਬਿਮਲ ਜਾਲਾਨ ਜਿਹੜੇ ਕਿ RBI ਦੇ ਗਵਰਨਰ ਰਹੇ ਸੀ ਕਿਸੇ ਵੇਲੇ, ਉਹਨਾਂ ਦੀ ਸਰਪ੍ਰਸਤੀ ਵਿੱਚ ਕਮੇਟੀ ਬਣਾਈ ਗਈ ਸੀ ਕਿ ਤੁਸੀਂ ਡਿਸਾਈਡ ਕਰੋ ਕਿ ਕਿਹਨੂੰ ਲਾਇਸੈਂਸ ਦੇਣਾ ਅਤੇ ਕਿਹਨੂੰ ਲਾਇਸੈਂਸ ਨਹੀਂ ਦੇਣਾ ਚਾਹੀਦਾ। ਤਾਂ ਬਿਮਲ ਜਾਲਾਨ ਜੀ ਨੇ ਸਿਰਫ ਦੋ ਨੂੰ ਉਸ ਵੇਲੇ ਆਈਡੈਂਟੀਫਾਈ ਕੀਤਾ ਸੀਗਾ, ਬੰਧਨ ਬੈਂਕ ਐਂਡ IDFC ਬੈਂਕ। ਸੋ ਇਹ ਥੋੜ੍ਹੀ ਜਿਹੀ ਬੈਕਗਰਾਊਂਡ ਹਿਸਟਰੀ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਫਾਰਮ ਕ੍ਰੈਡਿਟ ਰੇਜ਼ ਟੂ 16.5 ਲੱਖ ਕਰੋੜ। ਕਿਸਾਨਾਂ ਨੂੰ ਕ੍ਰੌਪ ਲੋਨ ਚਾਹੀਦਾ ਹੈ। ਕੀ ਚਾਹੀਦਾ ਉਹਨਾਂ ਨੂੰ? ਕ੍ਰੌਪ ਲੋਨ ਚਾਹੀਦਾ ਹੈ। ਕ੍ਰੌਪ ਲੋਨ ਲੈ ਕੇ ਉਹ ਕੀ ਕਰਦੇ ਨੇ? ਉਹ ਬੀਜ ਖਰੀਦਦੇ ਨੇ ਜਾਂ ਖਾਦ ਖਰੀਦਦੇ ਨੇ, ਠੀਕ ਹੈ ਜੀ, ਜਾਂ ਉਹ ਡੀਜ਼ਲ ਖਰੀਦਦੇ ਨੇ। ਦੈਟ ਮੀਨਸ ਕਿ ਉਸ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਜਿਹੜੇ ਕਿ ਫਸਲ ਦੇ ਉਗਾਉਣ ਵਾਸਤੇ ਉਹਨਾਂ ਨੂੰ, ਇਹ ਪੈਸਟੀਸਾਈਡ, ਇਨਸੈਕਟੀਸਾਈਡ ਉਹ ਖਰੀਦਦੇ ਨੇ। ਸੋ ਉਹਦੇ ਵਾਸਤੇ ਕਿਸਾਨਾਂ ਨੂੰ ਲੋਨ ਚਾਹੀਦਾ ਹੈ। ਗੌਰਮੈਂਟ ਆਫ ਇੰਡੀਆ ਨੇ ਬੈਂਕਾਂ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨੂੰ 16.5 ਲੱਖ ਕਰੋੜ ਰੁਪਏ ਦੇ ਲੋਨ ਦੇਣੇ ਨੇ। 2021-22 ਦੇ ਵਿੱਚ ਅਮਾਊਂਟ ਕਿੰਨੀ ਹੋ ਜਾਏਗੀ? ਇਹ 16.5 ਲੱਖ ਕਰੋੜ ਰੁਪਇਆ ਹੋ ਜਾਏਗੀ। 2021 ਦੇ ਵਿੱਚ 15 ਲੱਖ ਕਰੋੜ ਸੀਗੀ ਔਰ ਹੁਣ ਵਧਾ ਕੇ ਇਹਨੂੰ 16.5 ਲੱਖ ਕਰੋੜ ਰੁਪਇਆ ਕਰ ਦਿੱਤਾ ਗਿਆ ਹੈ। ਇਹ ਕੁਐਸਚਨ ਐਗਜ਼ਾਮ ਦੇ ਵਿੱਚ ਬਹੁਤ ਵਾਰ ਇਸ ਤਰ੍ਹਾਂ ਦੇ ਆਏ ਨੇ। ਡਾਇਰੈਕਟਲੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ 2021-22 ਦੇ ਵਿੱਚ ਗੌਰਮੈਂਟ ਦਾ ਟਾਰਗੇਟ ਕੀ ਹੈ, ਕਿਸਾਨਾਂ ਨੂੰ ਕਿੰਨਾ ਲੋਨ ਦਿੱਤਾ ਜਾਣਾ ਚਾਹੀਦਾ। ਉਹਦੇ 'ਚ ਆਪਸ਼ਨ ਤੁਹਾਡੇ ਕੋਲ 16.5 ਲੱਖ ਕਰੋੜ ਦੀ ਹੋਏਗੀ। ਉਸ ਚੀਜ਼ ਨੂੰ ਤੁਸੀਂ ਟਿਕ ਕਰਨਾ ਹੋਏਗਾ। RBI ਕਮੇਟੀ ਫਾਰ ਅਰਬਨ ਕੋਆਪਰੇਟਿਵ ਬੈਂਕਸ, ਕਿਉਂਕਿ ਕੋਆਪਰੇਟਿਵ ਬੈਂਕ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ 8 ਮੈਂਬਰ ਕਮੇਟੀ ਬਣਾਈ ਗਈ ਹੈ ਅੰਡਰ ਦਾ ਸੁਪਰਵਿਜ਼ਨ ਆਫ, ਅੰਡਰ ਦਾ ਚੇਅਰਮੈਨਸ਼ਿਪ ਆਫ ਡਿਪਟੀ ਗਵਰਨਰ, ਫਾਰਮਰ ਡਿਪਟੀ ਗਵਰਨਰ ਆਫ RBI NS ਵਿਸ਼ਵਨਾਥਨ, ਔਰ for strengthening urban cooperative banks and to explore the potential of consolidation in the sector। ਕਿ ਜਿੰਨੇ ਛੋਟੇ ਛੋਟੇ ਅਰਬਨ ਕੋਆਪਰੇਟਿਵ ਬੈਂਕ ਹੈਗੇ ਨੇ ਉਹਨਾਂ ਨੂੰ ਮਰਜ ਕਰਕੇ ਵੱਡਾ ਕੋਆਪਰੇਟਿਵ ਬੈਂਕ ਬਣਾਤਾ ਜਾਵੇ ਪਹਿਲਾਂ ਤਾਂ ਇਹ, ਅਤੇ ਉਹਨਾਂ ਨੂੰ ਸਟਰੈਂਥਨ ਕੀਤਾ ਜਾਵੇ। ਸੋ ਇਸ ਚੀਜ਼ ਨੂੰ, ਆਬਜੈਕਟਿਵ ਨੂੰ ਪੂਰਾ ਕਰਨ ਵਾਸਤੇ RBI ਨੇ ਕਮੇਟੀ ਬਣਾਈ ਹੈ ਅੰਡਰ ਦਾ ਚੇਅਰਮੈਨਸ਼ਿਪ ਆਫ ਫਾਰਮਰ ਡਿਪਟੀ ਗਵਰਨਰ ਆਫ RBI ਸ਼੍ਰੀ NS ਵਿਸ਼ਵਨਾਥਨ, ਔਰ ਕਿਹਾ ਕਿ 3 ਮਹੀਨੇ ਤੁਸੀਂ ਆਪਣੀ ਰਿਪੋਰਟ ਇਸ ਬਾਰੇ ਸਬਮਿਟ ਕਰਨੀ ਹੈ। ਸਟੇਟ ਬੈਂਕ ਆਫ ਸਿੱਕਿਮ ਬ੍ਰੌਟ ਅੰਡਰ RBI। ਨਾਓ ਆਈ ਥਿੰਕ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਸਿੱਕਿਮ 1973 ਦੇ ਵਿੱਚ ਇੰਡੀਆ ਦਾ ਹਿੱਸਾ ਬਣਿਆ ਸੀਗਾ। ਪਹਿਲਾਂ ਇਹ ਅਲੱਗ ਕੰਟਰੀ ਹੋਇਆ ਕਰਦਾ ਸੀਗਾ। ਪਹਿਲਾਂ ਇਹ ਇੱਕ ਐਸੋਸੀਏਟ ਸਟੇਟ ਬਣਾਇਆ ਗਿਆ, ਫਿਰ 1975 ਦੇ ਵਿੱਚ ਇਹਨੂੰ ਇੱਕ ਇੰਡੀਆ ਦੀ ਸਟੇਟ ਡਿਕਲੇਅਰ ਕਰ ਦਿੱਤਾ ਗਿਆ। ਇੰਡੀਆ ਦੀ ਸਟੇਟ ਡਿਕਲੇਅਰ ਕਰ ਦਿੱਤਾ ਗਿਆ। ਇੱਥੇ ਦੇ ਕਾਨੂੰਨ ਹਾਲੇ ਵੀ ਕਾਫੀ ਡਿਫਰੈਂਟ ਨੇ। ਜਿਵੇਂ ਕਿ ਇੱਥੇ ਇਨਕਮ ਟੈਕਸ ਵਗੈਰਾ ਨਹੀਂ ਲੱਗਦਾ, ਕਿਉਂਕਿ ਜਦੋਂ ਇਹਨਾਂ ਨੇ ਐਕਸੀਡ ਕੀਤਾ ਸੀ ਇੰਡੀਆ ਨੂੰ ਤਾਂ ਕੁਝ ਕੰਡੀਸ਼ਨਸ ਦੇ ਨਾਲ ਉੱਥੇ ਦਾ ਜਿਹੜਾ ਰਾਜਾ ਹੁੰਦਾ ਸੀ ਉਹਨੂੰ ਚੌਮਗਿਆਲ ਕਿਹਾ ਜਾਂਦਾ ਸੀਗਾ। ਹੀ ਵਾਜ਼ ਨੋਨ ਬਾਏ ਦ ਨੇਮ ਆਫ ਚੌਮਗਿਆਲ। ਦ ਕਿੰਗ ਵਾਜ਼ ਨੋਨ ਐਜ਼ ਚੌਮਗਿਆਲ। ਤਾਂ ਇਸ ਤਰ੍ਹਾਂ ਦੀ ਕੋਈ ਸ਼ਰਤਾਂ ਜਿਹੜੀਆਂ ਸੀਗੀਆਂ they were fixed up, ਔਰ ਉਹਦੇ ਮੁਤਾਬਕ ਸਿੱਕਿਮ ਵਾਜ਼ ਮੇਡ ਦਾ ਪਾਰਟ ਆਫ ਇੰਡੀਆ ਆਲਸੋ। ਇਹਦਾ ਆਪਣਾ ਬੈਂਕ ਵੀ ਸੀਗਾ, ਅਲੱਗ ਬੈਂਕ ਸੀਗਾ, ਠੀਕ ਹੈ, ਦੈਟ ਇਜ਼ ਸਟੇਟ ਬੈਂਕ ਆਫ ਸਿੱਕਿਮ ਸੀਗਾ। ਨਾਓ ਇਟ ਵਾਜ਼ ਰਨਿੰਗ ਇੰਡੀਪੈਂਡੈਂਟਲੀ, ਇਹ ਇੰਡੀਪੈਂਡੈਂਟਲੀ ਰਨ ਕਰ ਰਿਹਾ ਸੀਗਾ। ਸੋ ਇਟ ਹੈਜ਼ ਨਾਓ ਬੀਨ ਬ੍ਰੌਟ ਅੰਡਰ RBI। ਇਹਨੂੰ ਹੁਣ RBI ਦੇ ਅੰਡਰ ਲੈ ਆਂਦਾ ਗਿਆ। ਸਿਮਿਲਰਲੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਸ਼ਮੀਰ ਦੇ ਵਿੱਚ ਵੀ
ਪਹਿਲਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਉੱਥੇ ਦਾ ਜਿਹੜਾ ਬੈਂਕ ਸੀਗਾ ਜੰਮੂ ਐਂਡ ਕਸ਼ਮੀਰ ਬੈਂਕ ਸੀਗਾ ਇਹ ਵੀ ਇੰਡੀਪੈਂਡੈਂਟਲੀ ਕੰਮ ਕਰਦਾ ਸੀਗਾ, ਇਹ ਆਰਬੀਆਈ ਦੇ ਅੰਡਰ ਕੰਮ ਨਹੀਂ ਸੀ ਕਰਦਾ, ਬਟ ਥੋੜ੍ਹੇ ਸਾਲ ਪਹਿਲਾਂ ਇਸ ਨੂੰ ਵੀ ਆਰਬੀਆਈ ਦੇ ਅੰਡਰ ਕਰ ਦਿੱਤਾ ਗਿਆ ਸੀਗਾ। State Bank of Sikkim was established as an autonomous body wholly owned by the government of Sikkim in the year 1968, 5 years before Sikkim became part of India in 1973. Shivalik Small Finance Bank, Shivalik Mercantile Cooperative Bank, ਇਹ ਫਸਟ ਅਰਬਨ ਕੋਆਪਰੇਟਿਵ ਬੈਂਕ ਹੈ ਜਿਹਨੂੰ ਕਿ ਆਰਬੀਆਈ ਵੱਲੋਂ ਸਮਾਲ ਫਾਈਨੈਂਸ ਬੈਂਕ ਦਾ ਲਾਇਸੈਂਸ ਮਿਲ ਗਿਆ ਹੋਇਆ। ਓਕੇ, ਸੋ ਜਦੋਂ ਵੀ ਕੋਈ ਚੀਜ਼ ਫਸਟ ਹੁੰਦੀ ਹੈ ਉਹਦੇ ਉੱਤੇ ਕੁਐਸਚਨ ਆ ਜਾਂਦਾ ਹੈ। ਕੁਐਸਚਨ ਇੱਕ ਪਹਿਲਾਂ ਆਇਆ ਸੀਗਾ, ਪਹਿਲਾਂ ਇੱਕ ਬੈਂਕ ਹੋਇਆ ਕਰਦੇ ਸੀਗੇ, ਉਹਨਾਂ ਨੂੰ ਕਿਹਾ ਜਾਂਦਾ ਸੀਗਾ ਜਲੰਧਰ ਬੇਸਡ ਬੈਂਕ ਸੀਗਾ, ਦੈਟ ਇਜ਼ ਕੈਪੀਟਲ ਬੈਂਕ। ਓਕੇ, so it was the first bank to be granted the small finance bank ਦਾ ਲਾਇਸੈਂਸ ਸਭ ਤੋਂ ਪਹਿਲਾਂ ਕੈਪੀਟਲ ਫਾਈਨਾਂਸ ਬੈਂਕ ਨੂੰ ਮਿਲਿਆ ਸੀਗਾ। ਓਕੇ, ਸੋ ਹੁਣ ਪਹਿਲਾ ਕੋਆਪਰੇਟਿਵ ਬੈਂਕ ਜਿਹਨੂੰ ਕਿ ਸਮਾਲ ਫਾਈਨਾਂਸ ਬੈਂਕ ਦਾ ਲਾਇਸੈਂਸ ਮਿਲਿਆ ਉਹ ਕਿਹੜਾ ਬੈਂਕ ਹੈ? ਸ਼ਿਵਾਲਿਕ ਮਰਕੈਂਟਾਈਲ ਕੋਆਪਰੇਟਿਵ ਬੈਂਕ ਹੈ। ਸੋ ਇਟ ਬਿਕਮਸ ਦਾ ਸ਼ਿਵਾਲਿਕ ਸਮਾਲ ਫਾਈਨੈਂਸ ਬੈਂਕ ਨਾਓ। ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਆ ਜਾਂਦੇ ਨੇ। ਏਅਰਟੈਲ ਲਾਂਚਸ ਏਅਰਟੈਲ ਸੇਫ ਪੇ, ਟੀਵੀ ਤੇ ਐਡ ਤੁਸੀਂ ਦੇਖੀ ਹੋਣੀ ਹੈ। ਜਦੋਂ ਆਪਾਂ ਪੈਸੇ ਟ੍ਰਾਂਸਫਰ ਕਰਦੇ ਹਾਂ ਤਾਂ ਪੈਸੇ ਟ੍ਰਾਂਸਫਰ ਕਰਨ ਲੱਗਿਆ ਜਾਂ ਸੀਗਾ OTP ਆਉਂਦਾ ਔਰ OTP ਆਪਾਂ ਉਸ ਨੂੰ ਕਨਫਰਮ ਕਰ ਦਿੰਦੇ ਹਾਂ, ਪੈਸੇ ਟ੍ਰਾਂਸਫਰ ਹੋ ਜਾਂਦੇ ਨੇ। ਪਰ ਏਅਰਟੈਲ ਪੇਮੈਂਟ ਬੈਂਕ ਨੇ ਕੀ ਕੀਤਾ ਕਿ ਪੈਸੇ ਕਿਸ ਨੂੰ ਟ੍ਰਾਂਸਫਰ ਹੋ ਰਹੇ ਨੇ ਉਹਦੀ ਡਿਟੇਲ ਜਿਹੜੀ ਸੀਗੀ ਵੀ ਨਾਲ ਆ ਜਾਂਦੀ ਹੈ। ਲੈਟ ਅਸ ਸੇ ਕੋਈ ਫਰਾਡਸਟਰ ਜਿਹੜਾ ਸੀਗਾ ਉਹ ਕੋਈ ਤੁਹਾਡਾ ਜਾਣ ਪਛਾਣ ਦਾ ਬੰਦਾ ਬਣ ਕੇ ਜਿਹੜਾ ਸੀਗਾ ਜਾਂ ਤੁਹਾਡਾ ਜਿਸ ਨੂੰ ਤੁਸੀਂ ਪੈਸੇ ਦੇਣੇ ਸੀ ਉਹ ਬਣ ਕੇ ਤੁਹਾਨੂੰ ਫੋਨ ਕਰੇ ਔਰ ਕਹੇ ਕਿ ਮੇਰੇ ਖਾਤੇ ਪੈਸੇ ਟ੍ਰਾਂਸਫਰ ਕਰ ਦਿਓ। ਪਰ ਜਦੋਂ ਤੁਸੀਂ ਪੈਸੇ ਟ੍ਰਾਂਸਫਰ ਕਰੋਗੇ ਉਸ ਦਾ ਮੋਬਾਈਲ ਨੰਬਰ ਤੋਂ, ਕਿਉਂਕਿ ਉਸ ਨੂੰ ਪੈਸੇ ਤੁਸੀਂ ਟ੍ਰਾਂਸਫਰ ਕਰ ਰਹੇ ਹੋ ਔਨਲਾਈਨ, ਤਾਂ ਉਹਦੇ ਮੋਬਾਈਲ ਨੰਬਰ ਬੇਸ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਕਚੁਅਲੀ ਦਿਸ ਇਜ਼ ਨਾਟ ਦਾ ਪਰਸਨ ਜਿਹਨੂੰ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਨੇ। ਤੁਹਾਨੂੰ ਇੱਕ ਮੈਸੇਜ ਆਏਗਾ, ਦਿਸ ਮਨੀ ਇਜ਼ ਬੀਇੰਗ ਟ੍ਰਾਂਸਫਰ ਟੂ ਮਿਸਟਰ ਸੋ ਐਂਡ ਸੋ, ਠੀਕ ਹੈ, ਡੂ ਯੂ ਕਨਫਰਮ ਇਟ। ਤਾਂ ਉਸ ਤੋਂ ਬਾਅਦ ਜੇ ਤੁਸੀਂ ਕਰ ਦਿਓਗੇ ਕਿ ਨੋ, ਤਾਂ ਉਹ ਪੈਸੇ ਟ੍ਰਾਂਸਫਰ ਨਹੀਂ ਹੋਣਗੇ। ਇੱਕ ਐਡੀਸ਼ਨਲ ਫੈਕਟਰ ਆਫ ਆਥੈਂਟੀਕੇਸ਼ਨ ਇੱਥੇ ਆ ਗਿਆ। ਇਸ ਨੂੰ ਉਹਨਾਂ ਨੇ ਕੀ ਕਿਹਾ? ਏਅਰਟੈਲ ਸੇਫ ਪੇ ਸਿਸਟਮ ਕਿਹਾ। ਟੀਵੀ ਦੀ ਐਡ ਦੇਖੋਗੇ ਬੜਾ ਆਰਾਮ ਨਾਲ ਸਮਝ ਆ ਜਾਏਗਾ ਕਿ ਇਹ ਸਿਸਟਮ ਕਿਵੇਂ ਕੰਮ ਕਰਦਾ ਹੈ। ਇਹ ਕਾਫੀ ਜਗ੍ਹਾ ਦੇ ਹੁਣ ਹੋਰ ਜਗ੍ਹਾ ਤੇ ਵੀ ਸ਼ੁਰੂ ਹੋ ਚੁੱਕਿਆ ਹੈ। RBI makes use of LEI mandatory, mandatory ਦਾ ਮਤਲਬ ਕੰਪਲਸਰੀ। LEI ਦੀ ਫੁੱਲ ਫਾਰਮ ਕੀ ਹੈ? ਲੀਗਲ ਐਂਟੀਟੀ ਆਈਡੈਂਟੀਫਾਇਰ। ਲੀਗਲ ਐਂਟੀਟੀ ਆਈਡੈਂਟੀਫਾਇਰ। Now, legal identifier, it's a basically 20-digit number. ਕੋਈ ਵੀ ਕੰਪਨੀ ਇਹ ਨੰਬਰ ਜਿਹੜਾ ਸੀਗਾ ਲੈ ਸਕਦੀ ਹੈ। ਉਹਦੇ ਨਾਲ ਕੀ ਹੈ ਕਿ ਇੰਟਰਨੈਸ਼ਨਲੀ then you are known by that number, ਠੀਕ ਹੈ ਜੀ। ਮੇਰਾ ਨਾਮ let us say ਵਰਿੰਦਰ ਹੈ, ਪਰ ਜਿਵੇਂ ਮੇਰਾ ਇੱਕ ਆਧਾਰ ਨੰਬਰ ਹੈ ਇਸ ਵੇਲੇ, ਤਾਂ ਸਾਰੇ ਇੰਡੀਆ ਦੇ ਵਿੱਚ ਉਸ ਆਧਾਰ ਨੰਬਰ ਦੇ ਉੱਤੇ ਆਇਡੈਂਟੀਫਾਈ ਕੀਤਾ ਜਾ ਸਕਦਾ ਹੈ ਕਿ ਇਸ ਆਧਾਰ ਨੰਬਰ ਦੇ ਉੱਤੇ ਜਿਹੜਾ ਪਰਸਨ ਹੈ ਉਹਦਾ ਅਸਲੀ ਨਾਮ ਕੀ ਹੈ, ਉਹਦਾ ਨਾਮ ਕੀ ਹੈ, ਉਹਦਾ ਨਾਮ ਵਰਿੰਦਰ ਹੈ, ਠੀਕ ਹੈ। ਸੋ ਸਿਮਿਲਰਲੀ 20 ਡਿਜਿਟ ਨੰਬਰ ਹੋਏਗਾ ਤਾਂ ਉਹਦੇ ਬੇਸਿਸ ਦੇ ਉੱਤੇ ਆਇਡੈਂਟੀਫਾਈ ਹੋ ਜਾਏਗਾ ਕਿ ਉਹ ਕੰਪਨੀ ਕਿਹੜੀ ਕੰਪਨੀ ਹੈ, ਕਿਉਂਕਿ ਸਿਮਿਲਰ ਨਾਮ ਹੋ ਸਕਦੇ ਨੇ ਔਰ ਉੱਥੇ ਗਲਤੀ ਹੋ ਸਕਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਚੀਟਿੰਗਸ ਹੋ ਜਾਂਦੀਆਂ ਨੇ। ਇਸੇ ਕਰਕੇ ਇੰਟਰਨੈਸ਼ਨਲੀ ਇਹ ਇੱਕ ਚੀਜ਼ ਆਇਡੈਂਟੀਫਾਈ ਕੀਤੀ ਗਈ ਹੈ, ਲੀਗਲ ਐਂਟੀਟੀ ਆਇਡੈਂਟੀਫਾਇਰ 20 ਡਿਜਿਟ ਨੰਬਰ ਹੈ ਔਰ ਇਹਦੇ ਬੇਸਿਸ ਦੇ ਉੱਤੇ ਕੋਈ ਵੀ ਕੰਪਨੀ ਆਇਡੈਂਟੀਫਾਈ ਕੀਤੀ ਜਾ ਸਕਦੀ ਹੈ। ਨਾ ਪਰਪਸ ਕੀ ਸੀ ਆਪਣਾ ਇੱਥੇ ਨਿਊਜ਼ ਕੀ ਹੈ? RBI ਮੇਕਸ ਯੂਜ਼ ਆਫ LEI ਮੈਂਡੇਟਰੀ। ਸੋ ਇਹ ਇਨਫੋਰਮੇਸ਼ਨ ਇੰਪੋਰਟੈਂਟ ਹੈ।
ਸੋ ਆਰਬੀਆਈ ਨੇ ਕੀ ਕੀਤਾ, ਆਰਬੀਆਈ ਮੇਕਸ ਯੂਜ਼ ਆਫ LEI ਮੈਂਡੇਟਰੀ ਮਤਲਬ ਕੰਪਲਸਰੀ, ਕਿ 50 ਕਰੋੜ ਤੋਂ ਉੱਪਰ ਦੀ ਕੋਈ ਵੀ ਟ੍ਰਾਂਜੈਕਸ਼ਨ ਹੋਏਗੀ ਤਾਂ ਉਹਦੇ ਵਾਸਤੇ ਜਿਹੜੀ ਵੀ ਕੰਪਨੀ ਇੰਨੇ ਪੈਸੇ ਟ੍ਰਾਂਸਫਰ ਕਰੇਗੀ ਉਹਦੇ ਵਾਸਤੇ LEI ਲੈਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਇਹ ਪੈਸੇ ਟ੍ਰਾਂਸਫਰ ਨਹੀਂ ਹੋਣਗੇ। ਕਿਉਂ? ਕਿਉਂਕਿ ਪੈਸੇ ਟ੍ਰਾਂਸਫਰ ਕਿਹਦੇ ਥਰੂ ਹੋਣੇ ਨੇ? RTGS ਦੇ ਥਰੂ ਹੋਣੇ ਨੇ ਜਾਂ ਨੈਫਟ ਦੇ ਥਰੂ ਹੋਣੇ ਨੇ। ਔਰ ਦੋਨੋਂ ਚੀਜ਼ਾਂ ਨੂੰ ਮੈਨੇਜ ਕੌਣ ਕਰਦਾ ਜਾਂ ਕੰਟਰੋਲ ਕੌਣ ਕਰਦਾ? RBI ਕਰਦਾ। ਸੋ ਦੈਟ ਮੀਨਸ RBI ਇੰਨੇ ਪੈਸੇ ਟ੍ਰਾਂਸਫਰ ਕਰਨ ਦੀ ਪਰਮਿਸ਼ਨ ਹੀ ਨਹੀਂ ਦੇਵੇਗਾ ਜੇ ਉਹਦੇ ਕੋਲ LEI ਨਹੀਂ ਹੋਏਗਾ। ਇੱਥੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ RBI ਨੇ ਇਹ ਵੀ ਕਿਹਾ ਸੀਗਾ ਕਿ ਐਵਰੀ 5 ਕਰੋੜ ਤੋਂ ਉੱਪਰ ਜਿਹਨੂੰ ਲੋਨ ਦਿੱਤਾ ਹੋਇਆ, ਕਿਸੇ ਵੀ ਆਰਗੇਨਾਈਜੇਸ਼ਨ ਜਿਹਨੂੰ 5 ਕਰੋੜ ਤੋਂ ਉੱਪਰ ਦਾ ਜ਼ਿਆਦਾ ਲੋਨ ਦਿੱਤਾ ਹੋਇਆ, ਉਹਦੇ ਕੋਲ LEI ਹੋਣਾ ਕੰਪਲਸਰੀ ਹੈ। ਐਨੀ ਆਰਗੇਨਾਈਜੇਸ਼ਨ ਜਿਹਨੂੰ 5 ਕਰੋੜ ਤੋਂ ਜ਼ਿਆਦਾ ਦਾ ਲੋਨ ਲਿੱਤਾ ਹੋਇਆ, ਉਹਨੂੰ LEI ਲੈਣਾ ਵੀ ਜ਼ਰੂਰੀ ਹੈ। ਪਰ ਦੋ ਗੱਲਾਂ ਵਾਸਤੇ ਤੁਸੀਂ ਯਾਦ ਰੱਖਣਾ ਕਿ LEI ਕੰਪਲਸਰੀ ਹੋ ਗਿਆ ਇੰਡੀਆ ਦੇ ਵਿੱਚ। ਦੈਟ ਇਜ਼ ਫਰਸਟ ਇਜ਼ ਫॉर ਟ੍ਰਾਂਸਫਰ ਆਫ ਮਨੀ 50 ਕਰੋੜ ਤੋਂ ਉੱਪਰ, ਦੂਜਾ 5 ਕਰੋੜ ਤੋਂ ਉੱਪਰ ਦਾ ਲੋਨ ਹੋਵੇ ਤਾਂ ਵੀ LEI ਕੰਪਲਸਰੀ ਕਰ ਦਿੱਤਾ ਹੈ। ਔਰ ਕਿਹਨੇ ਕੀਤਾ ਹੈ? RBI ਨੇ ਕੀਤਾ ਹੈ। LEI ਨੰਬਰ ਹੈ, ਕਿੰਨੇ ਡਿਜਿਟ ਨੰਬਰ ਹੈ ਇਹ 20 ਡਿਜਿਟ ਨੰਬਰ ਹੈ। ਆਧਾਰ ਕਿੰਨੇ ਡਿਜਿਟ ਨੰਬਰ ਹੈ? ਇਹ 12 ਡਿਜਿਟ ਜਿਹੜੇ ਸੀ ਸਾਨੂੰ ਦਿਖਦੇ ਨੇ, ਐਕਚੁਅਲ ਦੇ ਵਿੱਚ 16 ਹੁੰਦੇ ਨੇ, ਪਰ ਉਹ 4 ਜਿਹੜੇ ਸੀਗੇ ਉਹ ਗਵਰਨਮੈਂਟ ਦੇ ਕੰਟਰੋਲਡ ਨੰਬਰ ਨੇ ਜਿਹੜੇ ਕਿ ਸਾਨੂੰ ਨਹੀਂ ਦਿਖਦੇ। ਸੋ ਅਸੀਂ ਕਹਿੰਦੇ ਹਾਂ ਕਿ ਇਟਸ 12 ਡਿਜਿਟ ਨੰਬਰ। ਆਧਾਰ ਇਜ਼ 12 ਡਿਜਿਟ ਨੰਬਰ, ਜਿਹੜਾ ਕਿ ਪਬਲਿਕਲੀ ਸਾਨੂੰ ਪਤਾ ਹੈ ਉਸ ਬਾਰੇ। RBI ਟੂ ਰਿਵਿਊ ਡਿਜੀਟਲ ਲੈਂਡਿੰਗ। ਨਾ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ IDBI ਨੇ ਆਪਣੀ ਲੈਂਡਿੰਗ ਨੂੰ ਕੰਪਲੀਟਲੀ ਡਿਜੀਟਾਈਜ਼ ਕਰ ਦਿੱਤਾ ਹੈ। ਸੋ RBI ਨੇ ਇੱਕ ਕਮੇਟੀ ਬਣਾਈ ਹੈ to be headed by Jayant Kumar Das, ED of RBI, to review functioning of digital lending, including lending through online platforms and mobile apps। ठीक है जी। सो एक कमेटी बनाई गई है, किहदे अंडर बनाई गई है? श्री जयंत कुमार दास, ਜਿਹੜੇ ਕਿ ED ਨੇ RBI ਦੇ, ਤਾਂ ਕਿ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾ ਸਕੇ, ਚੈੱਕ ਕੀਤਾ ਜਾ ਸਕੇ ਕਿ ਔਨਲਾਈਨ ਲੈਂਡਿੰਗ ਜਿਹੜੀ ਕੀਤੀ ਜਾ ਰਹੀ ਹੈ, that is by platforms and mobile apps, ਉਹ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। The group will be responsible for suggesting specific regulatory measure in realm of digital lending among other things। To objective किया था to tackle fly-by-night lending apps which have been offering digital loans to undeserved customers। ਬੇਸਿਕਲੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਲੋਨ ਦਿੰਦੀਆਂ ਨੇ ਉਹ ਕਰਦੀਆਂ ਕੀ ਨੇ? ਉਹ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੋਕਾਂ ਨੂੰ ਵੰਡਦੀਆਂ ਨੇ, ਔਰ ਜੇ ਉਹ ਪੈਸਾ ਗਲਤ ਲੋਕਾਂ ਦੇ ਕੋਲ ਚਲਾ ਜਾਏ ਔਰ ਕੰਪਨੀਜ਼ ਜਿਹੜੀਆਂ ਸੀਗੀਆਂ ਉਹਨਾਂ ਤੋਂ ਵਿਆਜ ਜ਼ਿਆਦਾ ਲੈ ਕੇ ਜਾਂ ਕਮਿਸ਼ਨ ਲੈ ਕੇ ਲੋਨ ਦੇ ਦੇਣ, ਤਾਂ ਅਲਟੀਮੇਟਲੀ ਨੁਕਸਾਨ ਕਿਹਦਾ ਹੋਏਗਾ? ਨੁਕਸਾਨ ਤਾਂ ਉਹਨਾਂ ਦਾ ਹੋਏਗਾ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਾਏ ਹੋਏ ਨੇ ਉੱਥੇ। ਇਸ ਕਰਕੇ ਇਸ ਚੀਜ਼ ਨੂੰ ਚੈੱਕ ਕਰਨ ਵਾਸਤੇ RBI ਨੇ ਕਮੇਟੀ ਬਣਾਈ ਹੈ ਟੂ ਰਿਵਿਊ ਡਿਜੀਟਲ ਲੈਂਡਿੰਗ, to be headed by Shri Jayant Kumar Das। He is the Executive Director of Reserve Bank of India। ICI, SBI and HDFC ਇੱਕ ਪਾਲਿਸੀ ਡਿਕਲੇਅਰ ਹੋਈ ਸੀਗੀ 2007-2008 ਵਿੱਚ। ਵਰਲਡ ਵਿੱਚ ਇੱਕ ਕ੍ਰਾਈਸਿਸ ਆਇਆ ਸੀਗਾ, ਠੀਕ ਹੈ ਜੀ। ਉਸ ਕ੍ਰਾਈਸਿਸ ਨੂੰ ਬੇਸਿਕਲੀ ਹਾਊਸਿੰਗ ਫਾਈਨੈਂਸ ਕ੍ਰਾਈਸਿਸ ਵੀ ਕਿਹਾ ਜਾਂਦਾ ਹੈ, ਇਹਨੂੰ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਕਿਹਾ ਜਾਂਦਾ ਹੈ। ਹਾਊਸਿੰਗ ਫਾਈਨੈਂਸ ਕ੍ਰਾਈਸਿਸ ਹੈ, ਠੀਕ ਹੈ ਜੀ, ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਹੈ। ਔਰ 2007-08 ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਈਸਿਸ ਸੀਗਾ ਇਹ। ਮੈਨੂੰ ਯਾਦ ਹੈ ਕਿ ਲੇਮਨ ਬ੍ਰਦਰਜ਼ ਵਰਗਾ ਬੈਂਕ, ਜਿਹੜਾ ਕਿ ਅਮਰੀਕਾ ਦਾ ਤੀਜੇ ਚੌਥੇ ਨੰਬਰ ਦੇ ਉੱਤੇ ਵੱਡਾ ਬੈਂਕ ਸੀਗਾ, 16 ਸਤੰਬਰ 2008 ਨੂੰ ਰਾਤੋਂ ਰਾਤ ਇਹ ਬੈਂਕ ਬੰਦ ਹੋ ਗਿਆ, ਕਿਉਂਕਿ ਉਹਦੇ ਕੋਲ ਕਸਟਮਰਸ ਦਾ ਪੈਸਾ ਵਾਪਸ ਕਰਨ ਵਾਸਤੇ ਲਿਕੁਇਡਿਟੀ ਨਹੀਂ ਸੀਗੀ। ਬਾਕੀ ਜਿੰਨੇ ਬੈਂਕ ਸੀਗੇ ਉਹਨਾਂ ਦੇ ਉੱਤੇ ਵੀ ਖਤਰਾ ਜਿਹੜਾ ਸੀਗਾ ਖੜਾ ਹੋ ਗਿਆ, ਕਿਤੇ ਬਾਕੀ ਬੈਂਕ ਵੀ ਫੇਲ ਨਾ ਹੋ ਜਾਣ। ਇਸ ਕਰਕੇ ਪਾਲਿਸੀ ਜਿਹੜੀ ਬਣੀ ਹੋਈ ਕਿ ਟੂ ਬਿਗ ਟੂ ਫੇਲ ਇੱਕ ਬਹੁਤ ਇੰਪੋਰਟੈਂਟ ਟਰਮ ਉਸ ਵੇਲੇ ਸ਼ੁਰੂ ਹੋਈ ਸੀਗੀ
कि अगर बैंक फेल हो गए तो बहुत बड़ा नुकसान हो जाएगा। सो अमेरिकन गवर्नमेंट दे स्टेप्ड इन और तकरीबन कोई 1500 बिलियन डॉलर ਦਾ ਬੇਲ ਆਊਟ ਅਮਰੀਕਨ ਸਰਕਾਰ ਨੇ ਉਸ ਵੇਲੇ ਦਿੱਤਾ ਸੀਗਾ। ਦੈਟਸ ਅ ਡਿਫਰੈਂਟ ਮੈਟਰ ਆਲ ਟੂਗੇਦਰ। ਪਰ ਇੱਕ ਗੱਲ ਤਾਂ ਜ਼ਰੂਰ ਹੋ ਗਈ ਕਿ ਬੈਂਕਾਂ ਨੂੰ ਬਚਾਉਣਾ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੋ ਗਈ ਕਿ ਜਿਹੜੇ ਵੱਡੇ ਬੈਂਕ ਨੇ ਉਹਨਾਂ ਦੇ ਉੱਤੇ ਚੰਗੀ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਬੈਂਕ ਕਿਸੇ ਵੀ ਤਰੀਕੇ ਨਾਲ ਫੇਲ ਨਾ ਹੋ ਜਾਣ। ਸੋ ਇੰਡੀਆ ਦੇ ਵਿੱਚ 3 ਬੈਂਕ ਆਇਡੈਂਟੀਫਾਈ ਕੀਤੇ ਨੇ। ਹਰ ਸਾਲ RBI ਅਗਸਤ ਦੇ ਮਹੀਨੇ ਦੇ ਵਿੱਚ ਇਹ ਆਇਡੈਂਟੀਫਾਈ ਕਰਦਾ ਹੈ ਕਿ ਵਿਚ ਆਰ ਦਾ ਬਿਗ ਬੈਂਕਸ ਵਿਚ ਆਰ ਟੂ ਬਿਗ ਟੂ ਫੇਲ। ਕਹਿੰਦੀ ਉਹ 3 ਬੈਂਕ ਕਿਹੜੇ ਹੋ ਗਏ? ਸਭ ਤੋਂ ਪਹਿਲੀ ਲਿਸਟ ਦੇ ਵਿੱਚ ਪਹਿਲਾਂ SBI ਆਇਆ ਸੀਗਾ, ਫਿਰ ICICI ਐਡ ਹੋਇਆ, ਹੁਣ HDFC ਵੀ ਜਿਹੜਾ ਸੀਗਾ ਉਹਦੇ ਵਿੱਚ ਐਡ ਕਰ ਦਿੱਤਾ ਗਿਆ। HDFC ਬੈਂਕ, ਨਾਟ HDFC। HDFC ਇੱਕ ਅਲੱਗ ਆਰਗੇਨਾਈਜੇਸ਼ਨ ਹੈ, HDFC ਬੈਂਕ ਅਲੱਗ ਆਰਗੇਨਾਈਜੇਸ਼ਨ ਹੈ। ਸੋ 3 ਬੈਂਕ ਨੇ ਜਿਹੜੇ ਕਿ ਕੈਟੇਗਰਾਈਜੇਸ਼ਨ ਦੇ ਵਿੱਚ ਆ ਜਾਂਦੇ ਨੇ। ਕਿਸ ਦੀ ਕੈਟੇਗਰਾਈਜੇਸ਼ਨ ਦੇ ਵਿੱਚ? ਟੂ ਬਿਗ ਟੂ ਫੇਲ। RBI launches ਡਿਜੀਟਲ ਪੇਮੈਂਟ ਇੰਡੈਕਸ। ਦੇਖੋ ਜੀ ਡਿਜੀਟਲ ਦੇ ਉੱਤੇ ਕਾਫੀ ਗੱਲ ਹੋ ਰਹੀ ਹੈ ਇਸ ਵੇਲੇ। ਸੋ ਡਿਜੀਟਲ ਈਕੋ ਪੇਮੈਂਟ ਸਿਸਟਮ ਜਿਹੜਾ ਸੀ ਜਿਹਦੇ 'ਚ ਗੂਗਲ ਪੇ ਹੋ ਗਿਆ, ਫੋਨਪੇ, ਪੇਟੀਐਮ ਵਗੈਰਾ ਇਹ ਸਾਰੇ ਹੋ ਗਏ ਨਾ। ਇਸ ਸਾਰੇ ਸਿਸਟਮ ਨੂੰ ਜਿਹੜਾ ਸੀਗਾ ਕੀ ਕਰ ਰਿਹਾ ਹੈ? ਇਹ ਡਿਜੀਟਾਈਜੇਸ਼ਨ ਕਰ ਰਿਹਾ। ਤਕਰੀਬਨ ਇਹ ਦੇਖਿਆ ਜਾਂਦਾ ਹੈ ਕਿ 2021 ਦੇ ਵਿੱਚ ਅਪਰੋਕਸੀਮੇਟਲੀ 22 ਬਿਲੀਅਨ ਟ੍ਰਾਂਜੈਕਸ਼ਨਸ ਆਨਲਾਈਨ ਹੋਈਆਂ ਨੇ। 22 ਬਿਲੀਅਨ ਟ੍ਰਾਂਜੈਕਸ਼ਨਸ ਆਨਲਾਈਨ ਹੋਈਆਂ ਨੇ। ਸੋ ਇੱਕ ਇੰਡੈਕਸ ਜਿਹੜਾ ਸੀਗਾ RBI ਨੇ ਕ੍ਰੀਏਟ ਕੀਤਾ ਹੈ, ਉਸ ਇੰਡੈਕਸ ਦਾ ਕੀ ਨਾਮ ਰੱਖਿਆ ਜਾ ਰਿਹਾ? ਡਿਜੀਟਲ ਪੇਮੈਂਟ ਇੰਡੈਕਸ ਰੱਖਿਆ ਜਾ ਰਿਹਾ। ਸੋ ਡਿਜੀਟਲ ਪੇਮੈਂਟ ਇੰਡੈਕਸ ਫॉर 2019 ਐਂਡ 2020 ਇਹ 153 ਔਰ 207 ਬਣਦਾ ਪਿਆ। ਤਾਂ ਸਿਮਿਲਰਲੀ ਜਿਹੜਾ ਸੀਗਾ ਹਰ ਸਾਲ ਇਹ ਚੈੱਕ ਕੀਤਾ ਜਾਏਗਾ। ਇਹਦਾ ਬੇਸ ਈਅਰ ਕੀ ਹੋਏਗਾ? ਮਾਰਚ 2018 ਹੋ ਗਿਆ, ਠੀਕ ਹੈ ਜੀ। ਔਰ ਇਹ ਹਰ ਸਾਲ ਚੈੱਕ ਕੀਤਾ ਜਾਏਗਾ ਕਿ ਸਾਡੀ ਡਿਜੀਟਾਈਜੇਸ਼ਨ ਜਿਹੜੀ ਸੀ ਕਿੰਨੀ ਜ਼ਿਆਦਾ ਵੱਧ ਰਹੀ ਹੈ। ਔਰ ਸਾਨੂੰ ਪਤਾ ਲੱਗੇਗਾ ਕਿ ਸਾਡੀ ਇਕੋਨਮੀ ਦੇ ਵਿੱਚ ਕੈਸ਼ ਦੀ ਰਿਕੁਆਇਰਮੈਂਟ ਘੱਟ ਰਹੀ ਹੈ। ਬੇਸਿਕਲੀ ਦੇਖਿਆ ਜਾਵੇ ਤਾਂ ਕੈਸ਼ ਦੀ ਰਿਕੁਆਇਰਮੈਂਟ ਵੀ ਵੱਧ ਗਈ ਹੈ ਔਰ ਡਿਜੀਟਾਈਜੇਸ਼ਨ ਦੀ ਰਿਕੁਆਇਰਮੈਂਟ ਵੀ ਵੱਧ ਗਈ ਹੈ। ਜਦੋਂ 2016 ਦੇ ਵਿੱਚ ਜਿਸ ਵੇਲੇ ਡੀਮੋਨੇਟਾਈਜੇਸ਼ਨ ਕੀਤੀ ਗਈ ਸੀ ਤਾਂ ਉਸ ਵੇਲੇ ਇੰਡੀਆ ਦੇ ਕੋਲ ਟੋਟਲ 15,86,000 ਕਰੋੜ ਦੀ ਕਰੰਸੀ ਸੀਗੀ। ਲੱਖ ਕਰੋੜ ਦੀ ਕਰੰਸੀ ਸੀਗੀ, ਠੀਕ ਹੈ। ਔਰ ਪਰਪਸ ਇਹ ਸੀਗਾ ਕਿ ਕੈਸ਼ ਜਿਹੜਾ ਸੀਗਾ ਕੈਸ਼ ਟ੍ਰਾਂਜੈਕਸ਼ਨਸ ਨੂੰ ਘਟਾਇਆ ਜਾਵੇ। ਔਰ ਦੂਜਾ ਪਰਪਸ ਇਹ ਸੀਗਾ ਕਿ ਟੋਟਲ ਡਿਜੀਟਾਈਜੇਸ਼ਨ ਕੀਤੀ ਜਾਵੇ ਔਰ ਕੈਸ਼ ਦੀ ਰਿਕੁਆਇਰਮੈਂਟ ਨੂੰ ਵੀ ਘਟਾਇਆ ਜਾਵੇ। ਔਰ ਜਦੋਂ ਡੀਮੋਨੇਟਾਈਜੇਸ਼ਨ ਹੋ ਗਈ ਤਾਂ ਤਕਰੀਬਨ 8 ਲੱਖ ਕਰੋੜ ਦੇ ਕਰੀਬ ਕੈਸ਼ ਰਹਿ ਗਿਆ ਸੀਗਾ। ਪਰ ਹੁਣ ਇਸ ਵੇਲੇ ਦੁਬਾਰਾ ਜਿਹੜੀ ਟੋਟਲ ਕੈਸ਼ ਇਨ ਸਰਕੂਲੇਸ਼ਨ ਹੈ ਇਸ ਵੇਲੇ 22 ਲੱਖ ਕਰੋੜ ਤੋਂ ਜ਼ਿਆਦਾ ਹੈ। ਮੋਰ ਦੈਨ 22 ਲੱਖ ਕਰੋੜ ਤੋਂ ਜ਼ਿਆਦਾ ਹੈ। ਸੋ ਦਿਸ ਇਜ਼ ਜਸਟ ਫॉर ਇਨਫੋਰਮੇਸ਼ਨ। ਪਰ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਇੰਡੈਕਸ ਹੈਗਾ, ਦੈਟ ਇਜ਼ ਡਿਜੀਟਲ ਪੇਮੈਂਟ ਇੰਡੈਕਸ। ਕੁਐਸਚਨ ਕੀ ਹੋ ਸਕਦਾ ਹੈ ਕਿ ਮਾਰਚ 2020 ਦੇ ਵਿੱਚ ਡਿਜੀਟਲ ਪੇਮੈਂਟ ਇੰਡੈਕਸ ਦੀ ਵੈਲਿਊ ਕਿੰਨੀ ਸੀ? 207.84 ਸੀ। RBI starts PIDF for digital payments. Once again ਉਹੀ ਡਿਜੀਟਲ ਪੇਮੈਂਟ ਦੇ ਨਾਲ ਆ ਗਿਆ ਹੈ। ਪੇਮੈਂਟ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਬਣਾਇਆ ਹੈ ਤਾਂ ਕਿ 30 ਲੱਖ ਟੱਚ ਪੁਆਇੰਟ ਬਣਾਏ ਜਾਣ ਛੋਟੇ ਸ਼ਹਿਰਾਂ ਦੇ ਵਿੱਚ, ਟੀਅਰ 3 to ਟੀਅਰ 6 ਦੇ ਵਿੱਚ, ਤਾਂ ਕਿ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾ ਸਕੇ, ਉਹਨਾਂ ਨੂੰ ਦੱਸਿਆ ਜਾ ਸਕੇ ਕਿ ਤੁਸੀਂ ਡਿਜੀਟਲ ਪੇਮੈਂਟ ਸਿਸਟਮ ਨੂੰ ਅਡੋਪਟ ਕਰੋ। ਉਹਦੇ ਵਾਸਤੇ 30 ਲੱਖ ਐਸੇ ਪੁਆਇੰਟ ਬਣਾਏ ਜਾਣਗੇ, ਐਸੇ ਸਟਰਕਚਰ ਬਣਾਏ ਜਾਣਗੇ, ਜਿਵੇਂ ਆਪਾਂ ਕਹਿੰਦੇ PCO ਹੁੰਦੇ ਸੀਗੇ, ਬਣਾਏ ਜਾਣਗੇ ਤਾਂ ਕਿ ਲੋਕਾਂ ਨੂੰ ਅਸੀਂ ਸੈਂਸਿਟਾਈਜ਼ ਕਰ ਸਕੀਏ ਔਰ ਲੋਕਾਂ ਨੂੰ ਦੱਸ ਸਕੀਏ, ਛੋਟੇ ਬਿਜ਼ਨਸਮੈਨ ਨੂੰ ਵੀ ਡਿਜੀਟਲ ਪੇਮੈਂਟ ਸਿਸਟਮ ਦੇ ਵਿੱਚ ਲੈ ਕੇ ਆ ਸਕੀਏ। ਸੋ ਇਹ ਇਸ ਤਰ੍ਹਾਂ ਦਾ ਇੱਕ ਪੇਮੈਂਟ
ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਕ੍ਰੀਏਟ ਕੀਤਾ ਜਾ ਰਿਹਾ ਔਰ ਇਸ ਫੰਡ ਦੇ ਨਾਲ ਜਿਹੜਾ ਸੀਗਾ ਟੀਅਰ 3 ਟੂ ਟੀਅਰ 6 ਜਿਹੜਾ ਸੀਗਾ ਉੱਥੇ ਇਸ ਚੀਜ਼ ਦੇ ਉੱਤੇ ਜ਼ਿਆਦਾ ਕੰਮ ਹੋਏਗਾ, ਖਾਸ ਤੌਰ ਤੇ ਨਾਰਥ ਈਸਟਰਨ ਸਟੇਟ ਦੇ ਵਿੱਚ ਹੋਏਗਾ। ਇਸ ਫੰਡ ਦਾ ਚੇਅਰਮੈਨ ਕੌਣ ਹੋਏਗਾ? ਆਰਬੀਆਈ ਦੇ ਡਿਪਟੀ ਗਵਰਨਰ ਬੀਪੀ ਕਾਨੂੰਗੋ, ਠੀਕ ਹੈ ਨਾ। ਇਹ ਕਾਨੂੰਗੋ ਜੀ ਤਾਂ ਰਿਟਾਇਰ ਹੋ ਗਏ ਨੇ, ਹੀ ਇਜ਼ ਨੋ ਲੌਂਗਰ ਦਾ ਡਿਪਟੀ ਗਵਰਨਰ ਫਾਰ ਆਰਬੀਆਈ ਨਾਓ, ਪਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਜਿਹੜਾ ਸੀਗਾ ਇਹ PIDF ਪੇਮੈਂਟ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਇਹ ਬਣਾਇਆ ਗਿਆ ਹੈ। पोस्ट बैंक launches ਐਪ ਡਾਕ ਪੇ। ਪੋਸਟ ਆਫਿਸ ਨੂੰ ਵੀ ਪੇਮੈਂਟ ਬੈਂਕ ਦਾ ਲਾਇਸੈਂਸ ਮਿਲਿਆ ਸੀਗਾ, ਠੀਕ ਹੈ ਜੀ। ਇੰਡੀਆ ਪੋਸਟ ਪੇਮੈਂਟ ਬੈਂਕ ਜਿਹੜਾ ਕਿ ਪੋਸਟ ਆਫਿਸ ਨੇ ਬਣਾਇਆ ਹੈ ਔਰ ਉਹਨਾਂ ਨੇ ਕੀ ਸ਼ੁਰੂ ਕੀਤਾ? ਡਾਕ ਪੇ ਸਿਸਟਮ ਸ਼ੁਰੂ ਕੀਤਾ ਹੈ ਫॉर ਇਟਸ ਕਸਟਮਰਸ ਟੂ ਆਪਰੇਟ देयर ਬੈਂਕਿੰਗ ਸਰਵਿਸਿਜ਼ ਆਨਲਾਈਨ। ਉਹਨਾਂ ਨੇ ਆਪਣੀ ਐਪ ਲਾਂਚ ਕੀਤੀ ਹੈ ਔਰ ਉਸ ਐਪ ਦਾ ਕੀ ਨਾਮ ਹੈ? ਡਾਕ ਪੇ ਹੈ। ਬੇਸਿਕਲੀ ਵਾਂਸ ਅਗੇਨ डिजिटल पेमेंट ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਇਹ ਚੀਜ਼ ਬਣਾਈ ਹੈ। QR ਕੋਡ ਸਕੈਨਿੰਗ ਇਹ ਸਾਰੀ ਚੀਜ਼ਾਂ ਉਹਦੇ ਵਿੱਚ ਵੀ ਹੋ ਸਕਦੀਆਂ ਨੇ। RTGS to be available 24/7 now 14 ਦਸੰਬਰ 2020 ਤੋਂ RTGS 24 ਘੰਟੇ ਤੁਸੀਂ RTGS ਕਰ ਸਕਦੇ ਹੋ। ਬੈਂਕ 'ਚ ਜਾ ਕੇ ਵੀ ਤੁਸੀਂ RTGS ਕਰ ਸਕਦੇ ਹੋ, ਤੁਸੀਂ ਘਰ ਬੈਠੇ ਵੀ RTGS ਕਰ ਸਕਦੇ ਹੋ, ਆਪਣੇ ਆਨਲਾਈਨ ਸਿਸਟਮ ਤੋਂ RTGS ਕਰ ਸਕਦੇ ਹੋ ਨਾ। ਇਹ 24 ਘੰਟੇ 7 ਦਿਨ ਕਿਸੇ ਟਾਈਮ ਦੇ ਉੱਤੇ ਵੀ RTGS ਕੀਤੀ ਜਾ ਸਕਦੀ ਹੈ। ਇਹਦੇ ਵਾਸਤੇ RBI ਬੈਂਕਾਂ ਤੋਂ ਕੋਈ ਪੈਸਾ ਨਹੀਂ ਲੈਂਦਾ। ਜੇ ਕੋਈ ਬੈਂਕ ਵਿੱਚ ਜਾ ਕੇ ਕੋਈ RTGS ਕਰਾਉਣਾ ਚਾਹੁੰਦਾ ਜਾਂ NEFT ਕਰਾਉਣਾ ਚਾਹੁੰਦਾ ਹੈ ਤਾਂ ਬੈਂਕ ਛੋਟੇ ਜਿਹਾ ਅਮਾਊਂਟ ਜਿਹੜਾ ਸੀਗਾ ਉਹਨੂੰ ਜ਼ਰੂਰ ਚਾਰਜ ਕਰ ਲੈਂਦਾ ਹੈ, ਪਰ ਜੇ ਘਰ ਬੈਠ ਕੇ ਤੁਸੀਂ RTGS ਜਾਂ NEFT ਕਰਦੇ ਹੋ ਤਾਂ ਉਹਦੇ ਵਾਸਤੇ ਨੋ ਚਾਰਜਸ ਹੁੰਦੇ ਨੇ, ਉਹਦੇ ਵਾਸਤੇ ਕੋਈ ਚਾਰਜਸ ਨਹੀਂ ਹੁੰਦੇ। ਸੋ ਕੁਐਸਚਨ ਕੀ ਬਣਦਾ ਸਾਡਾ ਇੱਥੇ ਇਹ ਕਿ RTGS ਸਿਸਟਮ ਇਜ਼ ਇਟ 24/7? ਤਾਂ ਆਨਸਰ ਕੀ ਬਣੇਗਾ? ਯੈਸ ਇਟ ਇਜ਼ ਅ 24/7 ਸਿਸਟਮ ਕਿ 24 ਘੰਟੇ 7 ਦਿਨ ਇਹ ਕੰਮ ਤੁਸੀਂ RTGS ਕਰ ਸਕਦੇ ਹੋ। RTGS ਦੀ ਫੁੱਲ ਫਾਰਮ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਸਿਸਟਮ। RTGS ਨੂੰ ਮੈਨੇਜ ਕੌਣ ਕਰਦਾ ਹੈ? RBI ਮੈਨੇਜ ਕਰਦਾ ਹੈ। NEFT ਨੂੰ ਕੌਣ ਮੈਨੇਜ ਕਰਦਾ ਹੈ? ਵਾਂਸ ਅਗੇਨ RBI ਮੈਨੇਜ ਕਰਦਾ ਹੈ। contactless card limit raised। contactless card limit ਪਹਿਲਾਂ ਇਹ ਲਿਮਿਟ ਸੀਗੀ 2000 ਰੁਪਏ ਸੀਗੀ ਕਿ ਤੁਸੀਂ ਵਿਦਾਊਟ ਕੰਟੈਕਟ ਦੈਟ ਮੀਨਸ ਕਿ ਬਾਈ ਸਿੰਪਲੀ ਟਚਿੰਗ ਦਾ ਮਸ਼ੀਨ ਉਹ ਟ੍ਰਾਂਜੈਕਸ਼ਨ ਹੋ ਸਕੇ ਤਾਂ 2000 ਦੀ ਲਿਮਿਟ ਸੀ। ਉਸ ਲਿਮਿਟ ਨੂੰ ਵਧਾ ਕੇ 1 ਜਨਵਰੀ 2021 ਤੋਂ 5000 ਰੁਪਏ ਕਰ ਦਿੱਤਾ ਗਿਆ ਹੈ, ਠੀਕ ਹੈ ਜੀ। The transaction limit e-mandate for recurring transaction through cards and UPI has been proposed to be increased from 2000 to 5000 from 1 ਜਨਵਰੀ 2021। ਸੋ 1 ਜਨਵਰੀ 2021 ਤੋਂ ਜਿਹੜਾ ਸੀਗਾ ਜਿਹੜੀਆਂ e-mandates contactless ਹੋਣਗੇ। ਹੁਣੇ ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ ਔਰ that was about additional factor of authentication ਜਿਹੜਾ ਕਿ 2022 ਤੋਂ ਸ਼ੁਰੂ ਹੋ ਜਾਏਗਾ। ਇਸ ਦੇ ਵਿੱਚ ਕੀ ਹੋਏਗਾ ਤੁਹਾਡਾ ਇਹ ਕਿ ਤੁਸੀਂ e-mandate ਦਿੱਤਾ ਕਿ ਮੇਰਾ ਬਿਜਲੀ ਦਾ ਬਿੱਲ ਆਟੋਮੈਟਿਕਲੀ ਭਰ ਦਿੱਤਾ ਜਾਵੇ, ਮੇਰੇ ਪਾਣੀ ਦੇ ਬਿੱਲ ਭਰ ਦਿੱਤਾ ਜਾਵੇ, ਜਾਂ ਮੇਰੀ ਕੋਈ ਕ੍ਰੈਡਿਟ ਕਾਰਡ ਦੀ ਜਾਂ ਕਿਸੇ ਹੋਰ ਕਾਰਡ ਦੀ ਪੇਮੈਂਟ ਹੈ ਉਹ ਆਟੋਮੈਟਿਕਲੀ ਮੇਰੇ ਅਕਾਊਂਟ ਨੂੰ ਡੈਬਿਟ ਹੋ ਕੇ ਕ੍ਰੈਡਿਟ ਕਾਰਡ ਨੂੰ ਡੈਬਿਟ ਹੋ ਕੇ ਜਿਹੜਾ ਸੀਗਾ ਉਹ ਕਿਤੇ ਪੇਮੈਂਟ ਕਰ ਦਿੱਤੀ ਜਾਵੇ। ਨਾਓ ਦਿਸ ਵਾਸ ਬੀਇੰਗ ਡਨ ਬੇਸਿਕਲੀ ਕੰਟੈਕਟਲੈਸ ਬੇਸਿਸ ਸਿਸਟਮ ਦੇ ਉੱਤੇ ਹੋ ਰਿਹਾ ਸੀਗਾ। ਹੁਣ ਉਹਦੇ ਵਾਸਤੇ ਉਹਦੀ ਲਿਮਿਟ ਪਹਿਲਾਂ 2000 ਸੀਗੀ, 5000 ਕਰ ਦਿੱਤੀ ਗਈ ਹੈ। ਦੂਜੀ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀਗੇ ਐਡੀਸ਼ਨਲ ਫੈਕਟਰ ਆਫ ਅਥੈਂਟੀਕੇਸ਼ਨ ਜਿਹੜਾ ਸੀਗਾ ਉਹ ਵੀ RBI ਨੇ ਕਿਹਾ ਕਿ ਨਾਲ ਦੀ ਨਾਲ ਹੁਣ ਸ਼ੁਰੂ ਹੋ ਜਾਏਗਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ ਕਿ ਐਡੀਸ਼ਨਲ ਫੈਕਟਰ ਆਫ ਅਥੈਂਟੀਕੇਸ਼ਨ ਇਹ ਸਿਸਟਮ ਜਿਹੜਾ ਸੀਗਾ ਹੁਣ 1 ਅਕਤੂਬਰ 2021 ਤੋਂ ਇਹ ਵੀ ਸ਼ੁਰੂ ਹੋ ਜਾਏਗਾ। ਐਡੀਸ਼ਨਲ ਫੈਕਟਰ ਆਫ ਅਥੈਂਟੀਕੇਸ਼ਨ ਇਹ 1 ਅਕਤੂਬਰ 2021 ਤੋਂ ਇਹ ਵੀ ਸ਼ੁਰੂ ਹੋ ਜਾਏਗਾ। ਇਸ ਗੱਲ ਦਾ ਵੀ ਆਪਾਂ ਖਿਆਲ ਕਰ ਰਹੇ ਹਾਂ ਕਿ ਦੋ ਚੀਜ਼ਾਂ ਹੋ ਗਈਆਂ। ਇੱਕ ਤਾਂ 2000 ਦੀ ਲਿਮਿਟ ਨੂੰ ਵਧਾ ਕੇ ਕਿੰਨਾ ਕਰ ਦਿੱਤਾ ਗਿਆ? 5000 ਕਰ ਦਿੱਤਾ ਗਿਆ। ਕਿਸ ਵਾਸਤੇ ਕਰ ਦਿੱਤਾ ਗਿਆ? ਕੰਟੈਕਟਲੈਸ
ਟ੍ਰਾਂਜੈਕਸ਼ਨ ਵਾਸਤੇ, ਜਿਹੜੇ ਕਿ ਰਿਕਰਿੰਗ ਹੁੰਦੀਆਂ ਸੀਗੀਆਂ। ਠੀਕ ਹੈ ਜੀ। ਸੋ ਪਹਿਲੀ ਚੀਜ਼ ਤਾਂ ਇਹ ਚੀਜ਼ ਲਿਮਿਟ ਵਧਾਈ ਗਈ ਹੈ। ਦੂਜਾ, ਐਡੀਸ਼ਨਲ ਫੈਕਟਰ ਆਫ ਅਥੈਂਟੀਕੇਸ਼ਨ, ਉਹ 1 ਅਕਤੂਬਰ 2021 ਤੋਂ ਉਹ ਵੀ ਸ਼ੁਰੂ ਹੋ ਜਾਏਗਾ ਕਿ ਤੁਹਾਡੇ ਕੋਲ ਦੁਬਾਰਾ ਜਿਹੜਾ ਸੀਗਾ, ਜਿਹੜੀਆਂ ਤੁਸੀਂ ਰਿਕਰਿੰਗ ਪੇਮੈਂਟ ਕਰ ਰਹੇ ਹੋ ਕਿ ਮੇਰਾ ਬਿਜਲੀ ਦਾ ਬਿੱਲ ਵਗੈਰਾ ਪੇ ਹੋ ਜਾਏ, ਤਾਂ ਉਹਦੇ ਵਾਸਤੇ ਤੁਹਾਨੂੰ ਇੱਕ OTP ਵੀ ਆਏਗਾ, ਔਰ OTP ਨੂੰ ਤੁਸੀਂ ਕਨਫਰਮ ਕਰੋਗੇ, ਉਸ ਤੋਂ ਬਾਅਦ ਜਾ ਕੇ ਜਿਹੜਾ ਸੀਗਾ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸਾ ਜਾਂ ਕਾਰਡ ਦੇ ਵਿੱਚੋਂ ਪੈਸਾ ਡੈਬਿਟ ਹੋਏਗਾ। ਮੋਸਟ ਆਊਟਸਟੈਂਡਿੰਗ ਕੰਪਨੀ, ਇਹ ਆਪਾਂ ਪਹਿਲਾਂ ਕਰ ਬੈਠੇ ਹੋਏ ਹਾਂ। ਏਸ਼ੀਆ ਮਨੀ ਨੇ ਕਿਹਾ ਕਿ HDFC ਇਜ਼ ਦ ਮੋਸਟ ਆਊਟਸਟੈਂਡਿੰਗ ਕੰਪਨੀ। ਪਹਿਲਾਂ ਆਪਾਂ ਕੀਤਾ ਸੀਗਾ ਬੇਸਿਕਲੀ SME ਵਾਸਤੇ ਕੀਤਾ ਸੀਗਾ, ਔਰ ਕਿਹੜੀ ਕੰਪਨੀ ਨੇ ਕਿਹਨੇ ਕਹਿਤਾ ਸੀ? ਏਸ਼ੀਆ ਮਨੀ ਨੇ ਕਿਹਾ ਸੀਗਾ। ਹੁਣ ਉਹਨੇ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਵੀ ਇਹੀ ਕਿਹਾ ਕਿ HDFC ਇਜ਼ ਦ ਬੈਂਕ ਇਜ਼ ਦ ਮੋਸਟ ਆਊਟਸਟੈਂਡਿੰਗ ਕੰਪਨੀ ਇਨ ਦ ਫਾਈਨੈਂਸ਼ੀਅਲ ਸੈਕਟਰ। ਨਾਓ ਬੇਸਿਕਲੀ ਇੱਕ ਹੋਰ ਥੋੜੀ ਜਿਹੀ ਸਲਾਈਡ ਅੱਗੇ ਦੇਖੋਗੇ, ਉਹਦੇ 'ਚ ਫੋਰਬਸ ਨੇ ਕਿਹਾ ਸੀਗਾ ਕਿ DBS ਬੈਂਕ ਇਜ਼ ਦ ਬੈਸਟ ਬੈਂਕ ਇਨ ਇੰਡੀਆ। ਠੀਕ ਹੈ ਜੀ। ਇੱਕ ਜਗ੍ਹਾ ਹੋਰ ਉਹਨਾਂ ਨੇ ਫੋਰਬਸ ਨੇ ਕਿਹਾ ਕਿ DBS ਬੈਂਕ ਇਜ਼ ਦ ਬੈਸਟ ਇਨ ਦ ਵਰਲਡ ਆਲਸੋ। ਸੋ ਡਿਫਰੈਂਟ ਆਰਗੇਨਾਈਜੇਸ਼ਨ ਦੇ ਡਿਫਰੈਂਟ ਸਰਵਿਸ ਨੇ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਯਾਦ ਰੱਖਿਓ ਕਿ HDFC ਬੈਂਕ ਨੂੰ ਬੈਸਟ ਬੈਂਕ ਡਿਕਲੇਅਰ ਕੀਤਾ ਤਾਂ ਕਿਹਨੇ ਕੀਤਾ? ਏਸ਼ੀਆ ਮਨੀ ਨੇ ਕੀਤਾ ਹੈ, ਕਿ ਫੋਰਬਸ ਨੇ ਕੀਤਾ ਹੈ, ਕਿ ਸਟੈਂਡਰਡ ਐਂਡ ਪੂਰ ਨੇ ਕੀਤਾ ਹੈ, ਜਾਂ ਕਿਸੇ ਹੋਰ RBI ਨੇ ਕੀਤਾ ਹੈ? ਇਸ ਤਰ੍ਹਾਂ ਦੇ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। ਹਾਂਜੀ, ਆ ਲਓ ਇੱਕ ਕੁਐਸਚਨ ਹੋਰ ਆ ਗਿਆ। DBS ਬੈਂਕ ਰੈਂਕ ਬੈਸਟ ਇਨ ਦ ਵਰਲਡ, ਔਰ DBS ਬੈਂਕ ਇਜ਼ ਰੈਂਕ ਬੈਸਟ ਇਨ ਦ ਵਰਲਡ। ਕਿਸਨੇ ਕੀਤਾ ਡਿਕਲੇਅਰ ਜੀ? ਇਹ ਕੀਤਾ ਗਲੋਬਲ ਫਾਈਨੈਂਸ ਨੇ ਕੀਤਾ। ਠੀਕ ਹੈ ਜੀ। ਨਿਊਯਾਰਕ ਬੇਸਡ ਟ੍ਰੇਡ ਪਬਲੀਕੇਸ਼ਨ ਗਲੋਬਲ ਫਾਈਨੈਂਸ ਨੇ ਕਿਹਾ ਕਿ DBS ਬੈਂਕ ਇਜ਼ ਦ ਲਾਰਜੈਸਟ ਬੈਂਕ ਇਨ ਸਾਊਥ ਈਸਟ ਏਸ਼ੀਆ, has been named the safest bank in Asia for the 12th consecutive year by the trade publication Global Finance. It was also ranked as the best bank in the world. तो दो चीज़ां हो गई हैं, बेस्ट बैंक इन द वर्ल्ड एंड सेफेस्ट बैंक इन एशिया। तो दो चीज़ां ਜਿਹੜੀਆਂ ਸੀਗੀਆਂ DBS ਬੈਂਕ ਦੇ ਬਾਰੇ ਕਹੀਆਂ ਗਈਆਂ ਨੇ, ਔਰ ਕਿਹਨੇ ਕਹੀਆਂ ਨੇ? ਇਹ ਗਲੋਬਲ ਫਾਈਨੈਂਸ ਨੇ ਕਹੀਆਂ ਨੇ। ਫੋਰਬਸ ਨੇ ਕੀ ਕਿਹਾ ਸੀਗਾ? DBS ਬੈਂਕ ਇਜ਼ ਦ ਬੈਸਟ ਬੈਂਕ ਇਨ ਇੰਡੀਆ। ਇਹਨਾਂ ਨੇ ਸਾਰੇ ਏਸ਼ੀਆ ਦੇ ਵਿੱਚ ਕਹਿ ਦਿੱਤਾ ਕਿ DBS ਬੈਸਟ ਬੈਂਕ ਹੈਗਾ, ਔਰ ਵਰਲਡ ਦੇ ਵਿੱਚ ਵੀ ਇਹਨਾਂ ਨੇ ਬੈਸਟ ਬੈਂਕ ਕਹਿ ਦਿੱਤਾ ਇਸ ਨੂੰ, DBS ਬੈਂਕ ਨੂੰ ਕਹਿ ਦਿੱਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀ ਇਨਫੋਰਮੇਸ਼ਨ ਹੈ, ਇਸ ਚੀਜ਼ ਨੂੰ ਯਾਦ ਰੱਖਿਓ। ਇੱਥੋਂ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਆਮ ਤੌਰ 'ਤੇ ਪੁੱਛ ਲਿੱਤਾ ਜਾਂਦਾ ਹੈ। ਲਕਸ਼ਮੀ ਵਿਲਾਸ ਬੈਂਕ, ਲਕਸ਼ਮੀ ਵਿਲਾਸ ਬੈਂਕ ਪ੍ਰਾਈਵੇਟ ਸੈਕਟਰ ਬੈਂਕ ਸੀਗਾ, ਇਹਨੂੰ DBS ਬੈਂਕ ਦੇ ਵਿੱਚ ਮਰਜ ਕਰ ਦਿੱਤਾ ਗਿਆ ਹੈ। ਇਹਨੂੰ DBS ਬੈਂਕ ਦੇ ਵਿੱਚ ਮਰਜ ਕਰ ਦਿੱਤਾ ਗਿਆ ਹੈ। No service charge on BSBD account, basic same bank deposit account. ਮਿਨਿਸਟਰੀ ਆਫ ਫਾਈਨੈਂਸ ਨੇ ਕਿਹਾ ਕਿ ਜਿਹੜੇ ਬੇਸਿਕ ਸੇਮ ਬੈਂਕ ਡਿਪੋਜ਼ਿਟ ਅਕਾਊਂਟ ਨੇ, ਉਹਨਾਂ ਦੇ ਉੱਤੇ ਕੋਈ ਵੀ ਸਰਵਿਸ ਚਾਰਜਸ ਨਹੀਂ ਲੱਗਣਗੇ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਯਾਦ ਰੱਖਿਓ। ਐਜ਼ ਪਰ RBI guideline, all banks including public sector banks are permitted to levy charges on their services in a fair, transparent and non-discriminatory manner, but the BSBD accounts are exempt from the service charges. However, BSBD accounts have some limitations such as balance not more than 50,000 and more than 10,000 rupees withdrawn. Basically, a small bank deposit accounts. ਦੋ ਤਰ੍ਹਾਂ ਦੇ ਅਕਾਊਂਟ ਨੇ। ਇੱਕ ਤਾਂ ਜਿਹੜੇ ਜਨਧਨ ਦੇ ਵਿੱਚ ਖਾਤੇ ਖੋਲੇ ਸੀਗੇ, ਬੇਸਿਕਲੀ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਬੇਸਿਕ ਵੀ ਦੋ ਤਰ੍ਹਾਂ ਦੇ ਖਾਤੇ ਨੇ ਤੁਹਾਡੇ। ਇੱਕ ਤਾਂ ਬੇਸਿਕ ਡਿਪੋਜ਼ਿਟ ਅਕਾਊਂਟ, ਔਰ ਇੱਕ ਬੇਸਿਕ ਸਮਾਲ ਬੈਂਕ ਡਿਪੋਜ਼ਿਟ ਅਕਾਊਂਟ ਹੋਵੇ ਤੁਹਾਡੇ। ਇਹਨਾਂ ਦੇ ਵਿੱਚ 3 ਕੰਡੀਸ਼ਨਾਂ ਹੁੰਦੀਆਂ ਨੇ। 3 ਕੰਡੀਸ਼ਨਾਂ ਕੀ ਹੁੰਦੀਆਂ ਨੇ? 1 ਮਹੀਨੇ ਦੇ ਵਿੱਚ ਤੁਸੀਂ 10,000 ਤੋਂ ਜ਼ਿਆਦਾ ਪੈਸੇ ਵਿਡਰਾਅ ਨਹੀਂ ਕਰ ਸਕਦੇ ਸਮਾਲ ਬੈਂਕ ਡਿਪੋਜ਼ਿਟ ਅਕਾਊਂਟ ਦੇ ਵਿੱਚ। ਸਮਾਲ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ, 10,000 ਤੋਂ ਜ਼ਿਆਦਾ ਪੈਸੇ ਵਿਡਰਾਅ ਨਹੀਂ ਕਰ ਸਕਦੇ। ਅਕਾਊਂਟ 'ਚ 50,000 ਰੁਪਏ ਤੋਂ ਜ਼ਿਆਦਾ ਬੈਲੈਂਸ ਨਹੀਂ ਹੋ ਸਕਦਾ, ਔਰ 1 ਸਾਲ ਦੇ ਵਿੱਚ ਟੋਟਲ 1 ਲੱਖ ਤੋਂ ਜ਼ਿਆਦਾ ਪੈਸਾ ਇਸ ਅਕਾਊਂਟ ਦੇ ਵਿੱਚ ਜਮ੍ਹਾਂ ਨਹੀਂ ਹੋ ਸਕਦਾ। This is the condition for small saving bank deposit accounts.
ਸੋ ਇਹ ਇਨਫੋਰਮੇਸ਼ਨ ਦੇ ਵਿੱਚ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਉੱਥੇ ਲੱਗਦਾ ਇੱਥੇ ਬੇਸਿਕ ਦੇ ਨਾਲ small saving bank deposit account ਹੋਣਾ ਚਾਹੀਦਾ ਸੀਗਾ. It should be small saving bank deposit account ਹੋਣਾ ਚਾਹੀਦਾ. Basic deposit account ਕਿਹੜੇ ਹੁੰਦੇ ਨੇ? ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਪਹਿਲਾਂ ਅਸੀਂ ਨੋ ਫਰਿਲ ਅਕਾਊਂਟ ਕਹਿ ਦਿੰਦੇ ਸੀਗੇ ਜਾਂ ਜ਼ੀਰੋ ਬੈਲੈਂਸ ਅਕਾਊਂਟ ਕਹਿ ਦਿੰਦੇ ਸੀਗੇ. ਸੋ ਜ਼ੀਰੋ ਬੈਲੈਂਸ ਅਕਾਊਂਟ ਦੋ ਤਰ੍ਹਾਂ ਦੇ ਹੋ ਗਏ. ਇੱਕ ਤਾਂ ਉਹ ਜਿਹੜੇ 'ਚ ਬੇਸਿਕ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ ਔਰ ਇੱਕ ਸਮਾਲ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ. ਇਹ ਵੀ ਜ਼ੀਰੋ ਬੈਲੈਂਸ ਅਕਾਊਂਟ ਨੇ, ਇਹ ਵੀ ਜ਼ੀਰੋ ਬੈਲੈਂਸ ਅਕਾਊਂਟ ਨੇ. ਜਿਹੜੇ ਸਮਾਲ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ ਹੈ ਉਹਨਾਂ ਦੇ ਵਿੱਚ ਕੰਡੀਸ਼ਨਾਂ ਨੇ, 3 ਕੰਡੀਸ਼ਨਾਂ ਨੇ. 10,000 ਤੋਂ ਜ਼ਿਆਦਾ ਪੈਸੇ ਇੱਕ ਮਹੀਨੇ 'ਚ ਵਿਡਰਾਅ ਨਹੀਂ ਹੋ ਸਕਦੇ. ਅਕਾਊਂਟ 'ਚ ਬੈਲੈਂਸ 50,000 ਤੋਂ ਕਦੇ ਜ਼ਿਆਦਾ ਨਹੀਂ ਹੋ ਸਕਦਾ. ਔਰ ਤੀਜੀ ਕੰਡੀਸ਼ਨ ਕਿ ਇੱਕ ਸਾਲ 'ਚ 1 ਲੱਖ ਤੋਂ ਜ਼ਿਆਦਾ ਪੈਸੇ ਕਦੇ ਡਿਪੋਜ਼ਿਟ ਨਹੀਂ ਹੋ ਸਕਦੇ. ਜਦੋਂ ਕਿ ਬੇਸਿਕ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ ਵਿੱਚ ਸਿਰਫ ਇੱਕ ਲਿਮਿਟੇਸ਼ਨ ਹੈ ਕਿ ਇੱਕ ਮਹੀਨੇ 4 ਤੋਂ ਜ਼ਿਆਦਾ ਵਿਡਰਾਅ ਨਹੀਂ ਹੋ ਸਕਦੇ. ਜ਼ੀਰੋ ਬੈਲੈਂਸ ਅਕਾਊਂਟ ਹੋ ਸਕਦਾ. ਯੈਸ, ਇਟਸ ਅ ਜ਼ੀਰੋ ਬੈਲੈਂਸ ਅਕਾਊਂਟ. ਠੀਕ ਹੈ ਜੀ. ਸੈਲਰੀਡ ਕਲਾਸ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਇਹ. ਔਰ ਡਿਪੋਜ਼ਿਟ ਕਿੰਨਾ ਹੋ ਸਕਦਾ ਉਹਦੀ ਕੋਈ ਲਿਮਿਟ ਇਹਦੇ ਵਿੱਚ ਨਹੀਂ ਹੁੰਦੀ. RBI launches innovation hub. RBI ਨੇ innovation hub launch ਕੀਤੀ ਹੈ ਤਾਂ ਕਿ ਫਾਈਨੈਂਸ਼ੀਅਲ ਸੈਕਟਰ 'ਚ ਟੈਕਨੋਲੋਜੀ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕੀਤਾ ਜਾ ਸਕੇ. ਕ੍ਰਿਸ ਗੋਪਾਲਾ ਕ੍ਰਿਸ਼ਨਨ, ਫਾਰਮਰ ਕੋ ਫਾਊਂਡਰ ਆਫ ਦਾ ਇਨਫੋਸਿਸ, ਉਸਨੂੰ ਇਹਦਾ ਫਸਟ ਚੇਅਰਮੈਨ ਅਪੁਆਇੰਟ ਕੀਤਾ ਗਿਆ ਹੈ. ਸੋ ਕੁਐਸਚਨ ਕੀ ਬਣੇਗਾ? ਕੁਐਸਚਨ ਬਣੇਗਾ ਤੁਹਾਡਾ RBI ਨੇ ਇਨੋਵੇਸ਼ਨ ਹੱਬ RBIH ਬਣਾਇਆ, ਉਹਦਾ ਪਹਿਲਾ ਚੇਅਰਮੈਨ ਕਿਹਨੂੰ ਅਪੁਆਇੰਟ ਕੀਤਾ ਗਿਆ ਹੈ? ਮਿਸਟਰ ਕ੍ਰਿਸ ਗੋਪਾਲਾ ਕ੍ਰਿਸ਼ਨਨ, ਜਿਹੜਾ ਕਿ ਕੋ ਫਾਊਂਡਰ ਸੀਗਾ ਕਿਸ ਚੀਜ਼ ਦਾ? ਇਨਫੋਸਿਸ ਦਾ ਕੋ ਫਾਊਂਡਰ ਹੁੰਦਾ ਸੀਗਾ. IDBI ਲਾਂਚਸ WhatsApp ਬੈਂਕਿੰਗ. ਆਪਾਂ ਪਹਿਲਾਂ ਕੀਤਾ ਸੀਗਾ, ਉਹਨਾਂ ਨੇ ਡਿਜੀਟਲ ਲੋਨ ਪ੍ਰੋਸੈਸਿੰਗ ਸ਼ੁਰੂ ਕੀਤਾ ਸੀਗਾ, ਉਹਨਾਂ ਨੇ WhatsApp ਬੈਂਕਿੰਗ ਵੀ ਲਾਂਚ ਕਰ ਦਿੱਤੀ ਹੈ. ਕਿਹਨੇ ਲਾਂਚ ਕੀਤੀ ਹੈ? IDBI ਬੈਂਕ ਨੇ ਲਾਂਚ ਕੀਤੀ ਹੈ. ਤੁਹਾਨੂੰ ਮੈਂ ਦੱਸਿਆ ਸੀ IDBI ਬੈਂਕ ਇਜ਼ ਨਾਓ ਏ ਪ੍ਰਾਈਵੇਟ ਸੈਕਟਰ ਬੈਂਕ. ਵਾਈ? ਕਿਉਂਕਿ ਗੌਰਮੈਂਟ ਨੇ ਆਪਣੀ ਸਾਰੀ ਇਕੁਇਟੀ ਕਿਹਨੂੰ ਵੇਚ ਦਿੱਤੀ ਹੈ? LIC ਨੂੰ ਵੇਚ ਦਿੱਤੀ ਹੈ. Although LIC is a public sector company ਜਿਹਦੇ 'ਚ 100% ਇਕੁਇਟੀ ਸਰਕਾਰ ਦੀ ਹੈ, ਬਟ ਪਬਲਿਕ ਸੈਕਟਰ ਆਰਗੇਨਾਈਜੇਸ਼ਨ ਉਹੀ ਹੁੰਦੇ ਜਿਹਦੇ ਗੌਰਮੈਂਟ ਦੀ ਇਕੁਇਟੀ ਹੋਵੇ. ਕਿਉਂਕਿ IDBI ਦੇ ਵਿੱਚ ਹੁਣ ਦੇਰ ਇਜ਼ ਨੋ ਗੌਰਮੈਂਟ ਇਕੁਇਟੀ, ਇਸ ਕਰਕੇ ਹੁਣ ਇਹ ਪ੍ਰਾਈਵੇਟ ਸੈਕਟਰ ਬੈਂਕ ਕਹਾਏਗਾ, ਭਾਵੇਂ it is owned by LIC which is owned further by Government of India. RBI launches positive pay system. RBI ने positive pay system launch ਕੀਤਾ ਹੈ. What is positive pay system? ਇਹ ਸਿਸਟਮ ਲਾਗੂ ਹੋ ਜਾਏਗਾ ਔਰ 1 ਜਨਵਰੀ 2021 ਤੋਂ ਉਹਨਾਂ ਨੇ ਕਿਹਾ ਕਿ ਇੰਪਲੀਮੈਂਟ ਕੀਤਾ ਜਾਏਗਾ, ਪਰ ਹਾਲੇ ਇਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋਇਆ. ਕਈ ਜਗ੍ਹਾ ਦੇ ਉੱਤੇ ਇਹਨਾਂ ਇਟ ਇਜ਼ ਹਾਲੇ ਮੈਂਡੇਟਰੀ ਨਹੀਂ ਕੀਤਾ. ਬੇਸਿਕਲੀ 50,000 ਤੋਂ ਉੱਪਰ ਦਾ ਕੋਈ ਵੀ ਚੈੱਕ ਤੁਸੀਂ ਕੱਟੋ ਤਾਂ ਤੁਸੀਂ ਬੈਂਕ ਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਮੋਬਾਈਲ ਦੇ ਥਰੂ ਕਿ ਕਿਹਨੂੰ ਪੇਮੈਂਟ ਜਾ ਰਹੀ ਹੈ, ਕਿੰਨੀ ਅਮਾਊਂਟ ਹੈ, ਕਿਹੜੀ ਡੇਟ ਦਾ ਮਤਲਬ ਤੁਹਾਡਾ ਚੈੱਕ ਹੈ. ਔਰ ਜੇ ਇਨਫੋਰਮੇਸ਼ਨ ਤੁਹਾਡੀ ਚੈੱਕ ਦੇ ਨਾਲ ਮੈਚ ਕਰੇਗੀ ਤਾਂ ਤੁਹਾਡਾ ਅਕਾਊਂਟ ਡੈਬਿਟ ਹੋਏਗਾ, ਅਦਰਵਾਈਜ਼ ਤੁਹਾਡਾ ਅਕਾਊਂਟ ਡੈਬਿਟ ਨਹੀਂ ਹੋਏਗਾ. ਸੋ ਦਿਸ ਇਜ਼ ਐਪਲੀਕੇਬਲ ਫॉर ਆਲ ਚੈੱਕਸ ਵਿਚ ਆਰ ਮੋਰ ਦੈਨ 50,000 ਰੁਪੀਜ਼. ਉਹਨਾਂ ਦੇ ਉੱਤੇ ਇਹ ਚੀਜ਼ ਇੰਪਲੀਮੈਂਟ ਹਾਲੇ ਕੀਤੀ ਜਾ ਰਹੀ ਹੈ. ਬਾਅਦ ਵਿੱਚ ਜਾ ਕੇ ਹੋਰ ਇਹਦੇ ਬਾਰੇ ਇੰਸਟਰਕਸ਼ਨਸ ਆਉਣਗੀਆਂ, ਬਟ ਇਟ ਇਜ਼ ਟੂ ਬੀ ਇੰਪਲੀਮੈਂਟਡ ਫਰੋਮ 1 ਜਨਵਰੀ 2021. ਬਟ ਹਾਲੇ ਬੈਂਕਾਂ ਨੇ ਇਸ ਚੀਜ਼ ਨੂੰ ਕੰਪਲਸਰੀ ਨਹੀਂ ਕੀਤਾ. ਹਾਲੇ ਇਸ ਚੀਜ਼ ਨੂੰ ਕੰਪਲਸਰੀ ਨਹੀਂ ਕੀਤਾ. ਬਹੁਤ ਸਾਰੇ ਬੈਂਕਾਂ ਦੀ ਇੰਸਟਰਕਸ਼ਨ ਆ ਚੁੱਕੀ ਹੋਈ ਹੈ, ਬਟ ਇਟ ਇਜ਼ ਸਟਿਲ ਨਾਟ ਕੰਪਲਸਰੀ. ਕੁਝ ਬੈਂਕਾਂ ਨੇ ਇਸ ਚੀਜ਼ ਨੂੰ 2 ਲੱਖ ਤੋਂ ਉੱਪਰ ਕੰਪਲਸਰੀ ਕਰ ਦਿੱਤਾ ਹੈ. 2 ਲੱਖ ਤੋਂ ਉੱਪਰ ਕਈ ਬੈਂਕਾਂ ਨੇ ਕੀਤਾ ਹੈ. ਸੋ ਸਿੰਪਲੀ ਤੁਸੀਂ ਪੋਜ਼ੀਟਿਵ ਪੇ ਸਿਸਟਮ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ. ਕਿਹੜੀ ਇਨਫੋਰਮੇਸ਼ਨ ਦੇਣੀ ਪਏਗੀ? ਬੈਨੀਫਿਸ਼ਰੀ ਦਾ ਨਾਮ, ਅਮਾਊਂਟ, ਡੇਟ ਦੇਣੀ ਪਏਗੀ. ਕਿਸ ਪ੍ਰੋਸੈਸ ਦੇ ਥਰੂ ਦਿੱਤੀ ਜਾ ਸਕਦੀ ਹੈ? ਇਟ ਕੈਨ ਬੀ ਥਰੂ SMS, ਇੰਟਰਨੈਟ ਬੈਂਕਿੰਗ ਔਰ ATM ਔਰ ਮੋਬਾਈਲ ਐਪ ਦੇ ਥਰੂ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ. ਇਹ ਇਨਫੋਰਮੇਸ਼ਨ ਬੈਂਕ ਕਨਫਰਮ ਕਰੇਗਾ ਔਰ ਕਨਫਰਮ ਕਰਨ ਤੋਂ ਬਾਅਦ ਹੀ ਤੁਹਾਡੇ ਚੈੱਕ ਦੀ ਪੇਮੈਂਟ ਹੋਏਗੀ.
ਔਰ ਤੁਹਾਨੂੰ ਮੈਂ ਦੱਸਿਆ ਕਿ ਹਾਲੇ ਇਹ ਕੰਪਲਸਰੀ ਨਹੀਂ ਹੋਇਆ, ਕੰਪਲਸਰੀ ਹੋ ਜਾਏਗਾ ਤਾਂ ਉਹਦੀ ਡੇਟ ਵੀ ਆ ਜਾਏਗੀ, ਬਟ 2 ਲੱਖ ਤੋਂ ਉੱਪਰ ਕਈ ਬੈਂਕਾਂ ਨੇ ਕਿਹਾ ਕਿ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ। RBI ਨਿਊ ਗਾਈਡਲਾਈਨਸ ਫॉर ਡੈਬਿਟ ਐਂਡ ਕ੍ਰੈਡਿਟ ਕਾਰਡਸ, ਨਿਊ ਗਾਈਡਲਾਈਨਸ ਕੀ ਆਈਆਂ ਨੇ, ਦੈਟ ਇਜ਼ ऑप्ट इन ऑप्ट आउट सिस्टम है। ਤੁਸੀਂ ਆਪਣੇ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਤੇ ਇੰਟਰਨੈਸ਼ਨਲ ਪੇਮੈਂਟ ਵੀ ਕਰ ਸਕਦੇ ਹੋ, ਰਿਕਰਿੰਗ ਪੇਮੈਂਟ ਵੀ ਕਰ ਸਕਦੇ ਹੋ। ਰਿਕਰਿੰਗ ਦਾ ਮਤਲਬ ਕਿ ਤੁਹਾਡੇ ਖਾਤੇ 'ਚੋਂ ਆਪੇ ਪੈਸੇ ਡੈਬਿਟ ਹੋਈ ਜਾਣ, ਠੀਕ ਹੈ ਜੀ। ਜਾਂ ਤੁਸੀਂ ਇੰਟਰਨੈਟ ਬੈਂਕਿੰਗ ਕਰ ਸਕਦੇ ਹੋ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੁਸੀਂ ਔਨ ਆਫ ਕਰ ਸਕਦੇ ਹੋ, ਠੀਕ ਹੈ ਜੀ। ਕਿ ਮੇਰੇ ਖਾਤੇ ਤੋਂ ਕੋਈ ਇੰਟਰਨੈਸ਼ਨਲ ਪੇਮੈਂਟ ਨਹੀਂ ਹੋਣੀ ਚਾਹੀਦੀ, ਮੇਰੇ ਖਾਤੇ 'ਚ ਕੋਈ ਵੀ ਰਿਕਰਿੰਗ ਪੇਮੈਂਟ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਕੋਈ ਇੰਟਰਨੈਟ ਬੈਂਕਿੰਗ ਨਹੀਂ ਹੋਣੀ ਚਾਹੀਦੀ। ਮੈਂ ਆਪਣਾ ਕਾਰਡ ਸਿਰਫ ਜਿਹੜਾ ਸੀਗਾ ATM ਮਸ਼ੀਨ 'ਤੇ ਯੂਜ਼ ਕਰਨਾ ਜਾਂ ਬੈਂਕ ਵਿੱਚ ਜਾ ਕੇ ਯੂਜ਼ ਕਰਨਾ। ਸੋ ਔਨ ਆਫ ਦੀ ਫੈਸਿਲਿਟੀ ਜਿਹੜੀ ਸੀ ਇਹ ਕਸਟਮਰ ਨੂੰ ਦੇ ਦਿੱਤੀ ਗਈ ਹੈ। RBI ਨੇ ਇਹ ਗਾਈਡਲਾਈਨਸ 1 ਅਕਤੂਬਰ 2020 ਤੋਂ ਇਹ ਇੰਪਲੀਮੈਂਟ ਕਰ ਦਿੱਤੀਆਂ ਨੇ। 6 PSB ਰਿਮੂਵ ਫਰੋਮ ਦਾ ਸੈਕੰਡ ਸ਼ਡਿਊਲ। 6 ਬੈਂਕ ਜਿਹੜੇ ਸੀਗੇ ਉਹ ਮਰਜ ਕਰ ਦਿੱਤੇ ਗਏ ਨੇ, ਔਰ ਉਹ ਬੈਂਕ ਕਿਹੜੇ ਜਿਹੜੇ ਮਰਜ ਕਰ ਦਿੱਤੇ ਗਏ ਨੇ, ਦੈਟ ਇਜ਼ ਵਨ ਇਜ਼ ਸਿੰਡੀਕੇਟ ਬੈਂਕ, OBC, ਯੂਨਾਈਟਿਡ ਬੈਂਕ, ਆਂਧਰਾ ਬੈਂਕ, ਕਾਰਪੋਰੇਸ਼ਨ ਬੈਂਕ ਐਂਡ ਇਲਾਹਾਬਾਦ ਬੈਂਕ। ਇਹ 4 ਬੈਂਕਾਂ ਦੇ ਵਿੱਚ ਇਹਨਾਂ ਨੂੰ ਮਰਜ ਕੀਤਾ ਗਿਆ। ਇਹ ਇਨਫੋਰਮੇਸ਼ਨ ਯਾਦ ਰੱਖਿਓ ਕਿਉਂਕਿ ਇਸ 'ਤੇ ਕੁਐਸਚਨ ਆ ਜਾਂਦਾ ਕਿ ਕਿਹੜਾ ਬੈਂਕ ਕਿਹਦੇ 'ਚ ਮਰਜ ਕੀਤਾ ਗਿਆ ਹੈ। OBC ਐਂਡ ਯੂਨਾਈਟਿਡ ਬੈਂਕ ਨੂੰ PNB 'ਚ ਮਰਜ ਕੀਤਾ ਗਿਆ, ਸਿੰਡੀਕੇਟ ਬੈਂਕ ਨੂੰ ਕੈਨਰਾ ਬੈਂਕ 'ਚ ਮਰਜ ਕੀਤਾ ਗਿਆ, ਆਂਧਰਾ ਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਦੇ ਵਿੱਚ ਮਰਜ ਕੀਤਾ ਗਿਆ, ਇਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ 'ਚ ਮਰਜ ਕਰ ਦਿੱਤਾ ਗਿਆ। ਸੋ ਹੁਣ 7 ਲਾਰਜ PSB ਬਚੇ ਨੇ ਔਰ 5 ਛੋਟੇ ਜਿਹੜੇ ਸੀਗੇ ਆਪਣੇ ਕੋਲ ਪਬਲਿਕ ਸੈਕਟਰ ਬੈਂਕ ਬਚੇ ਨੇ। ਸੋ ਜਿਹੜੇ ਬੈਂਕ ਮਰਜ ਹੋ ਗਏ ਉਹਨਾਂ ਦਾ ਨਾਮ ਸੈਕੰਡ ਸ਼ਡਿਊਲ ਆਫ RBI ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। RBI gets its 4th ਡਿਪਟੀ ਗਵਰਨਰ। RBI ਦੇ ਵਿੱਚ ਇੱਕ ਗਵਰਨਰ ਹੁੰਦਾ, ਮਿਸਟਰ ਸ਼ਸ਼ੀਕਾਂਤ ਦਾਸ, ਅੱਜ ਕੱਲ੍ਹ ਗਵਰਨਰ ਨੇ RBI ਦੇ, ਔਰ 4 ਡਿਪਟੀ ਗਵਰਨਰ ਹੁੰਦੇ ਨੇ। ਉਹਨਾਂ ਦੇ ਵਿੱਚ 2 ਇੰਟਰਨਲ ਹੁੰਦੇ ਨੇ, ਦੈਟ ਮੀਨਸ RBI ਤੋਂ ਪ੍ਰਮੋਟ ਹੋ ਕੇ ਉਹ ਡਿਪਟੀ ਗਵਰਨਰ ਬਣਦੇ ਨੇ। RBI ਦੇ ਪੁਰਾਣੇ ਇੰਪਲੋਈ ਹੁੰਦੇ ਨੇ, ਉਹਨਾਂ ਨੂੰ ਡਿਪਟੀ ਗਵਰਨਰ ਬਣਾਇਆ ਜਾਂਦਾ। ਇੱਕ ਇਕੋਨੋਮਿਸਟ ਹੁੰਦਾ ਔਰ ਇੱਕ ਬੈਂਕਰ ਹੁੰਦਾ। ਹੁਣ ਪਿੱਛੇ ਗਵਰਨਰ ਜਿਹੜੇ ਸੀਗੇ ਉਹ ਰਿਟਾਇਰ ਹੋਏ ਨੇ, ਮੈਂ ਤੁਹਾਨੂੰ ਉਹਦੇ ਬਾਰੇ ਦੱਸਦਾ ਹੁਣ। ਇਹ ਠੀਕ ਹੈ ਜੀ, ਮਿਸਟਰ ਰਾਜੇਸ਼ਵਰ ਰਾਓ RBI ਸੀਨੀਅਰ ਮੋਸਟ ED ਰਾਜੇਸ਼ਵਰ ਰਾਓ ਨੇ NS ਵਿਸ਼ਵਨਾਥਨ ਉਹ ਰਿਟਾਇਰ ਹੋ ਗਏ, ਤਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਮਿਸਟਰ ਰਾਜੇਸ਼ਵਰ ਰਾਓ ਉਹਨਾਂ ਨੂੰ RBI ਦਾ ਡਿਪਟੀ ਗਵਰਨਰ ਬਣਾਇਆ ਗਿਆ। ਸੋ ਇਹ ਇੰਟਰਨਲ ਹੋ ਗਏ ਉਹ। ਬਾਕੀ ਕੌਣ ਨੇ, ਮਿਸਟਰ BP ਕਾਨੂੰਗੋ, ਮਿਸਟਰ MK ਜੈਨ ਐਂਡ ਮਾਈਕਲ ਦਿਬਾ ਬਰਤਾ ਪਾਤਰਾ, ਠੀਕ ਹੈ ਜੀ। ਇਹ 3 BP ਕਾਨੂੰਗੋ ਇਹ ਵੀ ਇੰਟਰਨਲ ਸੀਗੇ, ਇਹ ਵੀ ਇੰਟਰਨਲ ਨੇ। ਮੈਂ ਪਹਿਲਾਂ ਕਿਤੇ ਕਹਿਤਾ ਸੀ ਰਿਟਾਇਰ ਹੋ ਗਏ, ਰਿਟਾਇਰ ਨਹੀਂ ਹੋਏ ਜੀ, ਹਾਲੇ ਵੀ ਹੈਗੇ ਨੇ ਇਹ। ਤੇ MK ਜੈਨ ਇਹ ਬੈਂਕਰ ਨੇ ਔਰ ਮਾਈਕਲ ਦੇਵਾ ਪਾਤਰਾ ਇਹ ਇਕੋਨੋਮਿਸਟ ਨੇ, ਠੀਕ ਹੈ ਜੀ। ਇੱਕ ਪਹਿਲਾਂ ਕੌਣ ਹੋਇਆ ਕਰਦੇ ਸੀਗੇ, ਮਿਸਟਰ ਆਚਾਰਿਆ ਹੋਇਆ ਕਰਦੇ ਸੀਗੇ, ਜਿਹੜੇ ਕਿ ਇਕੋਨੋਮਿਸਟ ਸੀਗੇ, ਡਿਪਟੀ ਗਵਰਨਰ ਹੁੰਦੇ ਸੀਗੇ। ਔਰ MK ਜੈਨ ਦੀ ਜਗ੍ਹਾ ਦੇ ਉੱਤੇ ਪਹਿਲਾਂ ਬੈਂਕਰ ਇੱਕ ਹੋਰ ਹੋਇਆ ਕਰਦੇ ਸੀਗੇ, ਦੈਟ ਵਾਜ਼ not getting the name right now, not important also. ਸੋ ਤੁਹਾਨੂੰ 4 ਡਿਪਟੀ ਗਵਰਨਰ ਦੇ ਨਾਮ ਜਿਹੜੇ ਸੀਗੇ ਪਤਾ ਹੋਣੇ ਚਾਹੀਦੇ ਨੇ। ਇਹ ਕੁਐਸਚਨ ਐਗਜ਼ਾਮ 'ਚ ਵੀ ਪੁੱਛ ਲਿੱਤਾ ਜਾਂਦਾ। ਕਿੰਨੇ ਡਿਪਟੀ ਗਵਰਨਰ ਇੰਟਰਨਲ? 2। ਬਾਕੀ ਜਿਹੜੇ 2 ਉਹਨਾਂ 'ਚੋਂ ਇੱਕ ਬੈਂਕਰ ਔਰ ਇੱਕ ਇਕੋਨੋਮਿਸਟ ਹੁੰਦਾ ਹੈ। ਵਿਰਲ ਆਚਾਰਿਆ ਇਹਨਾਂ ਦਾ ਨਾਮ ਸੀਗਾ, ਵਿਰਲ ਆਚਾਰਿਆ ਸੀਗਾ। ਈਜ਼ ਬੈਂਕਿੰਗ ਰਿਫਾਰਮਸ ਇੰਡੈਕਸ ਅਵਾਰਡ। ਈਜ਼ ਦੀ ਫੁੱਲ ਫਾਰਮ ਪਹਿਲਾਂ ਤਾਂ ਪਤਾ ਨਹੀਂ, ਇਨਹਾਂਸਡ ਐਕਸੈਸ ਐਂਡ ਸਰਵਿਸ ਐਕਸਲੈਂਸ। IBA ਨੇ ਈਜ਼ ਅਵਾਰਡ ਜਿਹੜਾ ਸੀਗਾ ਇਹ ਸ਼ੁਰੂ ਕੀਤਾ। ਇਨਹਾਂਸਡ
ਐਕਸੈਸ ਐਂਡ ਸਰਵਿਸ ਐਕਸਲੈਂਸ ਅਵਾਰਡ ਸ਼ੁਰੂ ਕੀਤਾ, ਬੈਂਕ ਆਫ ਬੜੌਦਾ ਨੂੰ ਪਹਿਲਾ ਇਨਾਮ ਮਿਲਿਆ। ਸੋ ਇਹ ਕੁਐਸਚਨ ਐਗਜ਼ਾਮ ਵਿੱਚ ਕਿਤੇ ਨਾ ਕਿਤੇ ਪੁੱਛਿਆ ਜਾ ਸਕਦਾ ਹੈ। ਈਜ਼ ਅਵਾਰਡ ਅਨਾਉਂਸ ਕੀਤਾ ਹੈ, ਕਿਹਨੇ ਅਨਾਉਂਸ ਕੀਤਾ ਹੈ? ਆਈਬੀ ਨੇ ਅਨਾਉਂਸ ਕੀਤਾ ਹੈ। ਔਰ ਪਹਿਲਾ ਅਵਾਰਡ ਕਿਹਨੂੰ ਮਿਲਿਆ? ਇਹ ਇਟ ਇਜ਼ ਗਿਵਨ ਟੂ ਬੈਂਕ ਆਫ ਬੜੌਦਾ ਨੂੰ ਇਹ ਅਵਾਰਡ ਮਿਲਿਆ ਹੈ। ਸੋ